ਦੋਸਤੋ ਆਪ ਸਭ ਦਾ ਸਵਾਗਤ ਹੈ ਅਗਲੀ ਮੈਡੀਕਲ ਸੀਰੀਜ਼ ਦੇ ਵਿੱਚ। ਅੱਜ ਦਾ ਆਪਣਾ ਮੈਡੀਕਲ ਟੌਪਿਕ ਹੈ ABCD ਆਫ ਮੈਡੀਕਲ ਐਮਰਜੈਂਸੀਜ਼। ਅਸਲ ਦੇ ਵਿੱਚ ਇਹਦੇ ਵਿੱਚ ਮੈਂ ਅੱਜ ਦੋ ਤਿੰਨ ਟੌਪਿਕ ਕਵਰ ਕਰਾਂਗਾ। ਇੱਕ ਤਾਂ ਬੇਸਿਕ ਲਾਈਫ ਸਪੋਰਟ, ਦੂਸਰਾ ਕੁਝ ਐਡਵਾਂਸ ਲਾਈਫ ਸਪੋਰਟ, ਤੀਸਰਾ ਅਨਕੌਂਸ਼ੀਅਸ ਪੇਸ਼ੈਂਟ ਨੂੰ ਕਿਸ ਤਰ੍ਹਾਂ ਡੀਲ ਕਰਨਾ ਹੈ। ਠੀਕ ਹੈ, ਸ਼ੁਰੂ ਕਰਦੇ ਹਾਂ ਆਪਾਂ CPR ਤੋਂ। CPR ਕੀ ਹੈ? ਸਭ ਤੋਂ ਪਹਿਲਾਂ CPR ਹੁੰਦਾ ਹੈ ਕਾਰਡੀਓ ਪਲਮਨਰੀ ਰਿਸਸੀਟੇਸ਼ਨਸ। ਠੀਕ ਹੈ, ਫੇਫੜਿਆਂ ਅਤੇ ਦਿਲ ਨੂੰ ਜਿਹੜਾ ਹੈ ਜੇ ਰੁਕ ਗਏ ਉਹਨਾਂ ਨੂੰ ਚਲਾਉਣਾ। ਇਟ ਇਜ਼ ਸੀਰੀਜ਼ ਆਫ ਮੈਨੂਵਰਸ with which the blood supply to the vital organs like brain is maintained। ਠੀਕ ਹੈ, ਇਹ ਉਹ ਤਰੀਕੇ ਨੇ ਜਿਹਦੇ ਨਾਲ ਸਰੀਰ ਦੇ ਜਿਹੜੇ ਮਹੱਤਵਪੂਰਨ ਅੰਗ ਨੇ, ਜਿਸ ਤਰ੍ਹਾਂ ਬ੍ਰੇਨ ਹੈ ਅਤੇ ਹੋਰ ਜਿਹੜੇ ਮਹੱਤਵਪੂਰਨ ਅੰਗ ਨੇ, ਉਹਨਾਂ ਨੂੰ ਬਲੱਡ ਸਪਲਾਈ ਨੂੰ ਮੇਨਟੇਨ ਰੱਖਿਆ ਜਾਂਦਾ ਹੈ। ਕਿਉਂਕਿ ਜੇ ਬਲੱਡ ਸਪਲਾਈ ਮੇਨਟੇਨ ਰਹੇਗੀ ਤਾਂ ਹੀ ਉਹਨਾਂ ਅੰਗਾਂ ਨੂੰ ਆਕਸੀਜਨ ਜਾਏਗੀ ਅਤੇ ਤਾਂ ਹੀ ਉਹ ਅੰਗ ਜਿਉਂਦੇ ਰਹਿ ਸਕਣਗੇ। ਠੀਕ ਹੈ ਨਾ। ਕਦੋਂ ਮੇਨਟੇਨ ਰੱਖਣੀ ਹੈ ਅਸੀਂ? ਜਦੋਂ ਕਾਰਡੀਓ ਪਲਮਨਰੀ ਅਰੈਸਟ ਹੋ ਗਈ ਹੈ, ਡਿਊਰਿੰਗ ਕਾਰਡੀਓ ਪਲਮਨਰੀ ਅਰੈਸਟ, ਜਾਣੀ ਦਿਲ ਨੇ ਵੀ ਕੰਮ ਕਰਨਾ ਛੱਡ ਦਿੱਤਾ, ਧੜਕਣਾ ਬੰਦ ਕਰ ਦਿੱਤਾ ਅਤੇ ਫੇਫੜਿਆਂ ਨੇ ਵੀ ਜਿਹੜਾ ਹੈਗਾ ਕੰਮ ਬਿਲਕੁਲ ਬੰਦ ਕਰ ਦਿੱਤਾ, ਜਾਣੀ ਇੱਕ ਤਰ੍ਹਾਂ ਦੀ ਮੌਤ ਤੋਂ ਪਹਿਲਾਂ ਦੀ ਅਵਸਥਾ। ਅਤੇ ਆਮ ਲੋਕ ਜਿਹੜੇ ਹੈਗੇ ਆ ਸਾਦੀ ਭਾਸ਼ਾ ਦੇ ਵਿੱਚ ਕਹਿੰਦੇ ਵੀ ਮੁਰਦੇ ਦੇ ਵਿੱਚ ਸਾਹ ਪਾਉਣੇ। ਠੀਕ ਹੈ ਨਾ। ਸਾਡਾ ਇਹਨੂੰ ਪਤਾ ਕਿਵੇਂ ਲੱਗੂਗਾ ਕਿ ਇਹਦਾ ਦਿਲ ਨਹੀਂ ਧੜਕ ਰਿਹਾ ਹੈ, ਇਹਦਾ ਸਾਹ ਨਹੀਂ ਆ ਰਿਹਾ ਹੈ? ਸਭ ਤੋਂ ਪਹਿਲਾਂ ਇਹਨਾਂ ਨੂੰ ਪਛਾਣ ਕਿਵੇਂ ਕਰਨੀ ਹੈ? ਠੀਕ ਹੈ ਜੀ। ਐਬਸੈਂਸ ਆਫ ਪਲਸਸ ਇਨ ਮੇਜਰ ਆਰਟਰੀਜ਼। ਮੇਜਰ ਆਰਟਰੀ ਜਿਸ ਤਰ੍ਹਾਂ ਕਿ ਸਾਡੇ ਵੱਡੇ ਬਲੱਡ ਵੈਸਲ ਨੇ, ਜਿਸ ਕੁੱਲਿਆਂ ਦੇ ਵਿੱਚ, ਜਾਂ ਸਾਡੀ ਇਹ ਨਬਜ਼ ਹੈ, ਇਹ ਸਾਡੀ ਨਬਜ਼ ਸਾਨੂੰ ਚੱਲਦੀ ਮਹਿਸੂਸ ਨਹੀਂ ਹੋਏਗੀ। ਜੇ ਹਾਰਟ 'ਤੇ ਸਟੈਥੋ ਰੱਖਾਂਗੇ ਤਾਂ ਕੋਈ ਹਾਰਟ ਸਾਊਂਡ ਨਹੀਂ ਆਏਗੀ, ਇਹ ਸਿਸਟੋਲ ਹੋਏਗਾ, ਜਾਂ ECG ਦੇ ਵਿੱਚ ਵੈਂਟਰੀਕੂਲਰ ਫਿਬਰਿਲੇਸ਼ਨ ਆ ਸਕਦੀ ਹੈ। ਠੀਕ ਹੈ, ਔਰ ਇਹਨੂੰ ਅਸੀਂ ABCD ਮੈਨਰ ਦੇ ਨਾਲ ਜਿਹੜਾ ਸਾਰੀਆਂ ਗੱਲਾਂ ਨੂੰ ਟੈਕਲ ਕਰਦੇ ਹਾਂ। ਠੀਕ ਹੈ, ਹੁਣ ਆਉਂਦੇ ਹਾਂ ਇਹ ਕੀ ਚੀਜ਼ ਹੈ? A ਇਜ਼ ਫਾਰ ਏਅਰਵੇ। ਏਅਰਵੇ ਉਹ ਸਭ ਤੋਂ ਪਹਿਲਾਂ ਸਾਹ, ਜੇ ਸਾਹ ਨਾ ਆਇਆ ਤਾਂ ਡੁੱਬੀ, ਤਾਂ ਜੇ ਸਾਹ ਨਾ ਆਇਆ। ਠੀਕ ਹੈ, ਸਭ ਤੋਂ ਪਹਿਲਾਂ ਅਸੀਂ ਉਹਦਾ ਏਅਰਵੇ ਦੇਖਣਾ, ਨੱਕ, ਗਲਾ। ਠੀਕ ਹੈ ਨਾ, ਕਿ ਉਹ ਬੰਦ ਤਾਂ ਨਹੀਂ ਹੋ ਗਏ ਕਿਸੇ ਵਜ੍ਹਾ ਕਰਕੇ, ਕੋਈ ਚਿੱਕੜ 'ਚ ਡਿੱਪਿਆ, ਕੋਈ ਸੱਟ ਲੱਗੀ ਆ ਉਹਦੇ, ਜਾਂ ਕੋਈ ਬਿਮਾਰੀ ਕਰਕੇ, ਹੈ ਨਾ। ਤਾਂ ਏਅਰਵੇ ਸਭ ਤੋਂ ਪਹਿਲਾਂ ਕਲੀਅਰ ਕਰਨਾ ਹੈ ਅਸੀਂ ਉਸਦਾ। ਉਹਦੇ ਵਿੱਚ ਅਗਰ ਕੋਈ ਬਲੱਡ ਕਲੌਟ ਫਸਿਆ ਹੋਇਆ ਹੈ, ਕੋਈ ਸਕ੍ਰੀਸ਼ਨ ਫਸੇ ਹੋਏ ਹਨ, ਕੋਈ ਬਾਹਰਲੀ ਫੋਰਨ ਬੋਡੀ ਉਹਦੇ ਵਿੱਚ ਫਸ ਗਈ ਹੈ ਨਾ, ਜਾਂ ਬੇਹੋਸ਼ੀ ਦੇ ਵਿੱਚ ਉਹਦੀ ਜੀਭ ਵੀ ਪਿਛਲੇ ਪਾਸੇ ਤਾਲੂਏ ਨਾਲ ਜਾ ਲੱਗੀ, ਟੰਗ ਫਾਲ ਹੋ ਗਿਆ। ਠੀਕ ਹੈ, ਇਹ ਗੱਲਾਂ ਨੂੰ ਅਸੀਂ ਦੇਖ ਕੇ ਜਿਹੜਾ ਸਭ ਤੋਂ ਪਹਿਲਾਂ ਏਅਰਵੇ ਕਲੀਅਰ ਕਰਨਾ ਹੈ। ਏਅਰਵੇ ਕਲੀਅਰ ਕਰਕੇ ਉਹਦਾ ਜਿਹੜਾ ਹੈੱਡ ਆ, ਸਿਰ, ਉਹਨੂੰ ਇੱਕ ਪਾਸੇ ਨੂੰ ਟਿਲਟ ਕਰ ਦੇਣਾ, ਕਿਉਂਕਿ ਜੇਕਰ ਮਰੀਜ਼ ਕੋਈ ਉਲਟੀ ਵਗੈਰਾ ਕਰਦਾ ਜਾਂ ਕੋਈ ਸਕ੍ਰੀਸ਼ਨ ਆਉਂਦੀ ਆ, ਉਹਦੇ ਬਾਹਰ ਨਿਕਲ ਜਾਵੇ, ਉਹਦੇ ਸਾਹ ਦੇ ਰਸਤੇ ਦੇ ਵਿੱਚ ਨਾ ਜਾਵੇ, ਜਾਂ ਸਾਹ ਦੇ ਰਸਤੇ 'ਚ ਮੁੜ ਕੇ ਰੁਕਾਵਟ ਨਾ ਬਣੇ। ਅਤੇ ਇਹਦੇ ਲਈ ਅਸੀਂ ਕੀ ਕਰਨਾ ਵੀ ਟੰਗ ਫਾਲ ਵਗੈਰਾ ਨਾ ਹੋਵੇ, ਅਤੇ ਜਵਾੜੇ ਦੇ ਇਸ ਜੋੜ ਦੇ ਉੱਤੇ 2-3 ਪਾਕ ਲਾ ਕੇ ਉਂਗਲਾਂ, ਠੀਕ ਹੈ, ਉਹਨੂੰ ਉੱਪਰ ਨੂੰ ਚੱਕਣਾ ਹੈਗਾ ਤਾਂ ਕਿ ਜਿਹੜੀ ਹੈਗੀ ਆ ਉਹ ਟੰਗ ਫਾਲ ਆ ਜਿਹੜੀ ਨਾ ਹੋਵੇ। ਠੀਕ ਹੈ। ਦੂਸਰਾ ਹੈ B ਫਾਰ ਬਰੀਦਿੰਗ ਐਂਡ ਬਲੱਡ ਪ੍ਰੈਸ਼ਰ। ਠੀਕ ਹੈ, ਬਰੀਦਿੰਗ ਲਈ ਲੁੱਕ ਐਂਡ ਲਿਸਨ। ਠੀਕ ਹੈ, ਦੇਖਣਾ ਕੀ ਹੈ, ਤੁਹਾਨੂੰ ਲੱਗਦਾ ਵੀ ਉਹਦੀ ਛਾਤੀ ਹਿੱਲ ਰਹੀ ਆ, ਜਾਂ ਹੈ ਨਾ ਕੋਈ ਸਾਹ ਲੈਣ ਦੀ ਆਵਾਜ਼ ਆ ਰਹੀ ਹੈ, ਏਅਰ ਫਲੋ ਹੈ ਚੈਸਟ ਦੇ ਵਿੱਚ। ਸਟੈਥੋ ਲਾ ਕੇ ਦੇਖਦੇ ਹਾਂ ਤਾਂ ਸਾਨੂੰ ਸਾਊਂਡ ਸੁਣਦੀ ਹੈ ਹਵਾ ਦੇ ਆਉਣ ਜਾਣ ਦੀ। ਠੀਕ ਹੈ, ਕੀ ਉਹ ਹੈ? ਠੀਕ ਹੈ, ਜਾਂ ਹਵਾ ਨੱਕ ਦੇ ਵਿੱਚੋਂ ਬਾਹਰ ਨਿਕਲਦੀ ਜਾਂ ਦਾ ਪਤਾ ਲੱਗਦਾ ਹੈ ਜਦੋਂ ਅਸੀਂ ਉਹਦੇ ਮੂਹਰੇ ਕੋਈ ਲਾ ਕੇ ਚੀਜ਼ ਦੇਖਦੇ ਹਾਂ, ਜਾਂ ਕਾਟਨ ਲਾ ਲਈਏ ਹਲਕੀ ਜੀ, ਜਾਂ ਅਸੀਂ ਉਂਗਲੀ ਮੂਹਰੇ ਕਰ ਲਈਏ। ਠੀਕ ਹੈ, ਪਰ ਇਹਨਾਂ ਗੱਲਾਂ ਦੇ ਵਿੱਚ ਬਿਲਕੁਲ ਹੀ ਇੱਕ ਸੈਕਿੰਡ ਵੀ ਵੇਸਟ ਨਹੀਂ ਕਰਨਾ, ਚੁਟਕੀ ਦੇ ਵਿੱਚ ਇਹਨਾਂ ਗੱਲਾਂ ਨੂੰ ਸਾਰੀਆਂ ਨੂੰ ਅਸੈਸਮੈਂਟ ਕਰਕੇ ਅਤੇ ਕਲੀਅਰ ਕਰ ਲੈਣੀਆਂ ਨੇ। ਫਿਰ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈਗਾ? ਮਾਊਥ ਟੂ ਮਾਊਥ ਬਰੀਦਿੰਗ, ਮੂੰਹ ਦੇ ਨਾਲ, ਮੂੰਹ ਦੇ ਰਸਤੇ ਬਰੀਦਿੰਗ। ਮੂੰਹ ਦੇ ਰਸਤੇ ਬਰੀਦਿੰਗ ਦੇਣ ਲੱਗੇ ਧਿਆਨ ਰੱਖਣਾ ਚਾਹੀਦਾ ਕਿ ਇੱਥੇ ਕੁਛ ਹਲਕਾ ਕੱਪੜਾ ਦੀ ਤਹਿ ਰੱਖ ਲੈਣੀ ਚਾਹੀਦੀ ਹੈ, ਤਾਂ ਕਿ ਇਨਫੈਕਸ਼ਨ ਆ ਜਿਹੜੀ ਉਹ ਦੂਜੇ ਪਾਸੇ ਜਾਵੇ, ਜਾਂ ਦੂਜੇ ਪਾਸੇ ਉਹ ਨਾ ਆਵੇ। ਠੀਕ ਹੈ, ਮਾਊਥ ਟੂ ਮਾਊਥ ਬਰੀਦਿੰਗ, ਜਾਂ ਥਰੂ ਮਾਊਥ ਜਾਂ ਥਰੂ ਨੋਜ਼, ਨੱਕ ਦੇ ਰਾਹੀਂ ਵੀ ਦੇ ਸਕਦੇ ਹਾਂ। ਠੀਕ ਹੈ ਨਾ। ਔਰ ਇੱਕ ਜਿਹੜਾ ਹੈਗਾ ਉਹਦੇ ਆਸੇ ਪਾਸੇ ਪੂਰਾ ਜਿਹੜਾ ਹੈਗਾ ਸੀਲ ਹੋ ਜਾਣਾ ਚਾਹੀਦਾ ਏਰੀਆ, ਇਹ ਨਾ ਵੀ ਤੁਸੀਂ ਫੂਕ ਮਾਰੋ, ਫੂਕ ਤੁਹਾਡੀ ਦੂਜੇ ਪਾਸੇ ਦੀ ਨਿਕਲ ਜਾਵੇ। ਠੀਕ ਹੈ। ਠੀਕ ਹੈ, ਇੱਕ ਕੰਪਲੀਟ ਸੀਲ ਬਣ ਜਾਣੀ ਚਾਹੀਦੀ ਆ ਮੂੰਹ ਦੇ ਰਸਤੇ ਦੇ ਵਿੱਚ। ਅਤੇ ਕਿੰਨੇ ਅਸੀਂ ਸਾਹ ਦੇਣੇ ਆ ਮਿੰਟ ਦੇ ਵਿੱਚ? 10 ਤੋਂ 12 ਪਰ ਮਿੰਟ ਦੇ ਹਿਸਾਬ ਦੇ ਨਾਲ ਸਾਹ ਦੇਣੇ ਆ। ਜਾਂ ਫਿਰ ਇੱਕ ਉਹ ਐਂਬੂ ਬੈਗ ਹੁੰਦਾ ਹੈਗਾ, ਜਿਸ ਤਰ੍ਹਾਂ ਹੌਰਨ ਵਜਾਉਣ ਵਾਲਾ ਹੁੰਦਾ, ਉਹਨੂੰ ਨੱਕ 'ਤੇ ਰੱਖ ਕੇ ਜੇ ਕਿਤੇ ਹੈਗਾ ਕਿਸੇ ਕੋਲੇ ਤਾਂ ਅਸੀਂ ਉਹਦੇ ਦੇ ਨਾਲ ਵੀ ਜਿਹੜਾ ਦੇਖ ਸਕਦੇ ਹਾਂ। ਨਾਲ ਦੀ ਨਾਲ ਕੋਸ਼ਿਸ਼ ਕਰਨੀ ਆ ਕਿ ਉਹਦਾ B ਫਾਰ BP, ਬਲੱਡ ਪ੍ਰੈਸ਼ਰ ਵੀ ਜੇ ਕੋਈ ਲੱਭਦਾ ਹੈ ਤਾਂ ਉਹ ਦੇਖ ਲਿਆ ਜਾਵੇ ਕਿੰਨਾ ਹੈ। ਠੀਕ ਨਾ। A ਫਾਰ ਏਅਰਵੇ, B ਫਾਰ ਬਰੀਦਿੰਗ ਐਂਡ ਬਲੱਡ ਪ੍ਰੈਸ਼ਰ,
ਸੀ ਫਾਰ ਸਰਕੂਲੇਸ਼ਨ। ਸਰਕੂਲੇਸ਼ਨ ਤਾਂ ਦੇਖੋ ਕਈ ਜੇ ਸਾਹ ਚੱਲ ਰਿਹਾ ਹੈਗਾ 2 ਮਿੰਟ ਤੁਸੀਂ 2 ਬ੍ਰੈਥ ਦਿੱਤੇ ਹੈਗੇ, ਉਸ ਤੋਂ ਬਾਅਦ ਕੋਈ ਇੰਪਰੂਵਮੈਂਟ ਹੋਈ ਕਿ ਨਹੀਂ ਹੋਈ ਹੈ ਨਾ, ਤਾਂ ਨਹੀਂ ਐਕਸਟਰਨਲ ਕਾਰਡਿਕ ਮਸਾਜ ਜਾਣੀ ਬਾਹਰੋਂ ਦਿਲ ਦੀ ਮਸਾਜ ਸ਼ੁਰੂ ਕਰਨੀ ਹੈ ਜੇ ਇਹ ਸਿਸਟੋਲ ਹੈਗਾ ਹੈ ਨਾ। ਜੇਕਰ ਉਹ ਰਿਸਪੌਂਸ ਨਹੀਂ ਆ ਰਿਹਾ ਹੈਗਾ ਰੈਸਕਿਊ ਬ੍ਰੈਥ ਦੇ ਨਾਲ, ਠੀਕ ਹੈ ਨਾ, ਜੇ ਇਹ ਜਿਹੜੀ ਅਸੀਂ ਉਹਨੂੰ ਬਚਾਉਣ ਦੇ ਲਈ ਦੇ ਰਹੇ ਹਾਂ ਪਰ ਰਿਸਪੌਂਸ ਜਿਹੜਾ ਸਾਨੂੰ ਨਹੀਂ ਆ ਰਿਹਾ, ਤਾਂ ਅਸੀਂ ਜਿਹੜੀ ਕੀ ਕਰਨਾ ਹੈਗਾ, ਮਰੀਜ਼ ਦੇ ਸਿਰਹਾਣੇ 'ਤੇ ਖੜ੍ਹ ਜਾਣਾ ਹੈਗਾ, ਠੀਕ ਹੈ। ਔਰ ਉਹਦਾ ਜਿਹੜਾ ਹੈਗਾ ਸਾਡਾ ਹਿਪ ਲੈਵਲ ਆ ਜਿਹੜਾ ਮਰੀਜ਼ ਦੀ ਚੈਸਟ ਲੈਵਲ ਦੇ ਬਰਾਬਰ ਹੋਣਾ ਚਾਹੀਦਾ ਹੈ। ਔਰ ਜਿਹੜਾ ਉਹਦੀ ਛਾਤੀ 'ਤੇ ਖੜ੍ਹ ਕੇ ਇੱਕ ਹੱਥ 'ਤੇ ਦੂਜਾ ਹੱਥ ਰੱਖਣਾ ਹੈਗਾ ਇਸ ਤਰ੍ਹਾਂ, ਔਰ ਮੋਢੇ ਬਿਲਕੁਲ ਸਿੱਧੇ, ਠੀਕ ਹੈ, ਕੋਣੀਆਂ ਦੇ ਵਿੱਚ ਕੋਈ ਨਹੀਂ ਕਰਨਾ ਹੈ। ਇਸ ਤਰ੍ਹਾਂ ਕਰਕੇ ਅਸੀਂ ਉਹਨੂੰ ਜਿਹੜੀ ਹੈਗੀ ਚੈਸਟ ਕੰਪਰੈਸ਼ਨਸ ਆ ਜਿਹੜੇ ਲੈਫਟ ਸਾਈਡ 'ਤੇ ਹਾਰਟ ਦੀ ਸਾਈਡ 'ਤੇ ਦੇਣੇ ਆ। ਕਿੰਨੇ ਦੇਣੇ ਹੈਗੇ ਆ, ਇਹ ਲੈਫਟ ਸਾਈਡ 'ਤੇ ਇਸ ਜਗ੍ਹਾ 'ਤੇ ਜਿਹੜਾ ਸਟਰਨਮ ਆ ਸਾਡੀ ਜਿਹੜੀ ਬ੍ਰੈਸਟ ਬੋਨ ਆ, ਠੀਕ ਹੈ, ਇਹਦੀ ਲੋਅਰ ਸਾਈਡ 'ਤੇ ਜਿਹੜੇ ਹੈਗੇ ਅਸੀਂ ਉਹ ਪੁਸ਼ਿਸ ਦੇਣੇ ਹੈਗੇ ਆ, ਠੀਕ ਹੈ। ਔਰ ਇਹ ਜਿਹੜੇ ਹੱਥ ਦੋਨਾਂ ਨੂੰ ਲੌਕ ਕਰਕੇ ਬਿਲਕੁਲ ਇੱਦਾਂ ਸਿੱਧੇ ਕਰਕੇ, ਠੀਕ ਹੈ, ਔਰ ਮੋਢੇ ਬਿਲਕੁਲ ਉੱਪਰ ਹੋਣੇ ਚਾਹੀਦੇ ਨੇ, ਠੀਕ ਹੈ। ਉਹਦੇ ਵਿੱਚ ਜਿਹੜਾ ਜੇ ਇਹ ਅਸੀਂ ਦੇਣੀ ਹੈਗੀ ਆ ਕਾਰਡੀਓਪਲਮਨਰੀ ਰਿਸਸੀਟੇਸ਼ਨ, ਇਹਦੇ ਵਿੱਚ ਚੈਸਟ ਆ ਜਿਹੜੀ 3.5 ਸੈਂਟੀਮੀਟਰ ਤੋਂ ਲੈ ਕੇ 5 ਸੈਂਟੀਮੀਟਰ ਤੱਕ ਹੇਠਾਂ ਦਬਾਅ ਪੈਣਾ ਚਾਹੀਦਾ। ਔਰ ਇਹ ਜਿਹੜੇ ਅਸੀਂ ਦੇਣੇ ਨੇ ਇਹ 80 ਤੋਂ ਲੈ ਕੇ 100 ਪਰ ਮਿੰਟ ਤੱਕ ਦੇਣੇ ਆ, ਠੀਕ ਹੈ, ਕਿਉਂਕਿ ਹਾਰਟ ਰੇਟ ਆ ਜਿਹੜਾ ਸਾਡਾ ਅਸੀਂ ਉਹ ਮੰਨਣਾ ਵੀ ਇੰਨਾ ਕੁ ਹੁੰਦਾ। 80 ਤੋਂ ਲੈ ਕੇ 100 ਪਰ ਮਿੰਟ ਤੱਕ ਇਹ ਪੁਸ਼ਸ ਜਿਹੜੇ ਅਸੀਂ ਦੇਣੇ ਹੈਗੇ ਆ ਉਸ ਦੇ ਹਾਰਟ ਨੂੰ ਚਲਾਉਣ ਦੇ ਲਈ। ਦੋਸਤੋ ਇਹਦੇ ਨਾਲ ਬਹੁਤ ਵਧੀਆ ਨਤੀਜੇ ਕਈ ਜਗ੍ਹਾ 'ਤੇ ਮਿਲਦੇ ਆ। ਇਹਦੇ ਲਈ ਜ਼ਰੂਰੀ ਨਹੀਂ ਕਿ ਕੋਈ ਡਾਕਟਰ ਹੋਵੇ, ਠੀਕ ਹੈ ਨਾ। ਇੱਕ ਵਾਰੀ ਮੈਂ ਕਿਤੇ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਗਿਆ ਸੀਗਾ, ਉੱਥੇ ਇੱਕ ਵਿਅਕਤੀ ਸੀ ਜਿਹੜਾ 55-50 ਸਾਲ ਦਾ, ਉਹਨੂੰ ਇਸੇ ਤਰ੍ਹਾਂ ਹੀ ਹਾਰਟ ਅਟੈਕ ਆ ਗਿਆ ਅਤੇ ਉਹ ਡਿੱਗ ਪਿਆ, ਕਹਿੰਦੇ ਜੀ ਮਿਰਗੀ ਦਾ ਦੌਰਾ ਪੈ ਗਿਆ। ਜਦੋਂ ਮੈਂ ਦੇਖਿਆ ਤਾਂ ਅਸੀਂ ਇਹੀ ਸਾਰਾ ਕੁਛ ਕੀਤਾ ਅਤੇ ਔਰ ਚਲੋ ਕੋਈ ਵੀ ਫੈਕਟਰ ਚਾਹੇ ਜ਼ਿੰਮੇਵਾਰ ਬਣਿਆ ਹੋਵੇ, ਉਸ ਬੰਦੇ ਦੀ ਜਾਨ ਬਚ ਗਈ। ਬਾਅਦ ਦੇ ਵਿੱਚ ਜਦੋਂ ਹਸਪੀਟਲ ਜਾ ਕੇ ਦੇਖਿਆ, ECG ਕੀਤੀ ਤਾਂ ਉਹਨੂੰ ਹਾਰਟ ਅਟੈਕ ਲੱਗਾ। ਉਸ ਤੋਂ ਬਾਅਦ ਦੇ ਵਿੱਚ ਉਹ ਹੋਸ਼ ਦੇ ਵਿੱਚ ਵੀ ਆ ਗਿਆ ਸੀ, ਲੇਕਿਨ ਉਹਦਾ ਹਾਰਟ ਆ ਜਿਹੜਾ ਅਤੇ ਰੈਸਪੀਰੇਸ਼ਨ ਹੈ ਇੰਨੀ ਗੱਲ ਦੇ ਨਾਲ ਹੀ ਚੱਲ ਪਈ ਸੀ, ਠੀਕ ਹੈ। ਸੋ ਇਸ ਲਈ ਜ਼ਰੂਰੀ ਨਹੀਂ ਕਿ ਡਾਕਟਰ ਹੀ ਹੋਣਾ ਜ਼ਰੂਰੀ ਹੋਵੇ, ਇਹ ਹਰੇਕ ਵਿਅਕਤੀ ਨੂੰ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ। ਪਤਾ ਹੁੰਦਾ ਵੀ ਹੈ ਅਤੇ ਪਰ ਲੇਕਿਨ ਸਾਡੇ ਇਹਨਾਂ ਕਈ ਵਾਰੀ ਮਨ ਦੇ ਵਿੱਚ ਸਾਡਾ ਮਾਈਂਡ ਸੈਟਅਪ ਕਿਤੇ ਹੋਰ ਹੁੰਦਾ ਹੈਗਾ, ਜਿਸ ਤਰ੍ਹਾਂ ਕਿ ਬੜਾ ਮੀਡੀਆ ਦੇ ਵਿੱਚ ਦੇਖਦੇ ਹਾਂ ਜੀ, ਬੰਦਾ ਡਿੱਗ ਪਿਆ ਉਹਦੀ ਵੀਡੀਓ ਬਣਾਈ ਜਾਂਦੇ ਆ ਜੀ, ਲੋਕ ਦਿਖਾਈ ਜਾਂਦੇ ਆ ਜੀ, ਇਹਦੀ ਕੋਈ ਮਦਦ ਨਹੀਂ ਕਰਦਾ। ਲੇਕਿਨ ਵੀਡੀਓ ਬਣਾਉਣ ਵਾਲੇ ਨੇ ਦਾ ਖੁਦ ਵੀ ਇਹ ਜਿਹੜਾ ਹੈਗਾ ਫਰਜ਼ ਹੁੰਦਾ ਹੈਗਾ। ਚਲੋ ਇਹਨਾਂ ਗੱਲਾਂ ਨੂੰ ਛੱਡਦੇ ਹੋਏ ਆਪਾਂ ਟੌਪਿਕ ਵੱਲ ਆਉਂਦੇ ਹਾਂ, ਠੀਕ ਹੈ। ਔਰ ਇਹ ਸਾਰੇ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ, ਠੀਕ ਹੈ। ਸਾਰੇ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ। ਜੇਕਰ ਆਕਸੀਜਨ ਉੱਥੇ ਹੈ ਤਾਂ ਉਸ ਨੂੰ ਨਾਲੋਂ ਨਾਲ ਲਾ ਲੈਣੀ ਚਾਹੀਦੀ ਹੈ, ਠੀਕ ਹੈ। ਔਰ ਡਰੱਗਸ, D ਫਾਰ ਡਰੱਗਸ ਦੇ ਵਿੱਚ ਫਸਟ ਜਿਹੜੀ ਡਰੱਗ ਆ ਇੰਜੈਕਸ਼ਨ ਐਡਰੇਨਲਿਨ ਆ। ਐਡਰੇਨਲਿਨ ਦਾ ਮੈਂ ਦੇਖਿਆ ਹੋਇਆ ਫੀਲਡ ਦੇ ਵਿੱਚ ਜਦ ਸੁਣਨ 'ਚ ਆਇਆ ਲੋਕਾਂ ਦਾ ਹੁਣ ਤੱਕ ਬਹੁਤ ਮਿਸਯੂਜ਼ ਹੁੰਦਾ ਸੀਗਾ, ਠੀਕ ਹੈ ਨਾ। ਪਰ ਇਹ ਐਮਰਜੈਂਸੀ ਡਰੱਗ ਹੈ ਔਰ ਬੜੀ ਹੀ ਕਾਰਗਰ ਡਰੱਗ ਹੈਗੀ ਆ, ਠੀਕ ਹੈ। ਸਿਰਫ ਅਸੀਂ ਇੱਥੇ ਦਿੰਦੇ ਹਾਂ ਜਾਂ ਕੋਈ ਸ਼ੌਕ ਵਗੈਰਾ ਹੋਵੇ ਉੱਥੇ ਦਿੰਦੇ ਹਾਂ, ਬੜੀ ਘੱਟ ਜਗ੍ਹਾ 'ਤੇ ਯੂਜ਼ ਹੁੰਦੀ ਹੈ, ਠੀਕ ਹੈ। ਜੇਕਰ ਪੇਸ਼ੈਂਟ ਇਸ ਸਟਾਲ ਦੇ ਵਿੱਚ ਹੈ ਜਾਂ ਉਹਦਾ ਜਿਹੜਾ ਹੈਗਾ ਰਿਸਪੌਂਸ ਨਹੀਂ ਆਇਆ ਉੱਪਰਲੀ ਗੱਲ ਨੂੰ, ਅਸੀਂ ਉਹਨੂੰ ਕਾਰਡੀਓਪਲਮਨਰੀ ਰਿਸਸੀਟੇਸ਼ਨ ਕੀਤੀਆਂ ਨੇ ਜਿਹੜੀਆਂ ਹੁਣ ਤੱਕ ਮੈਂ ਤੁਹਾਨੂੰ ਦੱਸੀਆਂ ਉਹ ਕੀਤੀਆਂ, ਉਸ ਤੋਂ ਬਾਅਦ ਰਿਸਪੌਂਸ ਨਹੀਂ ਆਇਆ, ਤਾਂ ਇਸ ਨੂੰ ਅਸੀਂ IV ਵੀ ਦੇ ਸਕਦੇ ਹਾਂ ਜਾਂ ਵੈਂਟੀਲੇਟਰੀ ਸਪੋਰਟ ਸੀ ਇੱਕ ਤਰ੍ਹਾਂ ਦੀ ਸਾਡੀ, ਉਹ ਇੱਕ ਤਰ੍ਹਾਂ ਦਾ ਅਸੀਂ ਵੈਂਟੀਲੇਟਰ ਹੀ ਬਣਾ ਲਿਆ ਸੀ ਆਪਣੇ ਵੱਲੋਂ, ਠੀਕ ਹੈ। ਉਹ ਸਪੋਰਟ ਸੀ। ਉਸ ਤੋਂ ਬਾਅਦ ਕੋਈ ਰਿਸਪੌਂਸ ਨਹੀਂ ਆਇਆ, ਜਾਂ ਨੂੰ ਸਿੱਧਾ ਇੱਥੇ ਰੱਖ ਕੇ ਸਿੱਧੀ 90 ਦੇ ਐਂਗਲ 'ਤੇ ਨੀਡਲ ਰੱਖ ਕੇ ਵੱਡੀ ਨੀਡਲ ਲਾ ਕੇ ਇੰਟਰਾਕਾਰਡਿਕ ਸਿੱਧਾ ਦਿਲ ਦੇ ਵਿੱਚ ਟੀਕਾ ਜਿਹੜਾ ਹੈਗਾ ਮਰੀਜ਼ਾਂ ਦੇ ਲਾਈਦਾ ਹੈਗਾ, ਠੀਕ ਹੈ। ਜੇ IV ਨਾ ਲੱਗਦਾ ਹੋਵੇ ਤਾਂ ਸਿੱਧਾ ਇੰਟਰਾਕਾਰਡਿਕ। ਜੇਕਰ ਪੇਸ਼ੈਂਟ ਨੂੰ ਅਰਿਥਮੀਆਜ਼ ਵਗੈਰਾ ਹੈਗੇ ਆ ਔਰ ਪੇਸ਼ੈਂਟ ਅੱਛੇ ਸੈਂਟਰ 'ਤੇ ਹੈਗਾ, ਵੈਸੇ ਤਾਂ ਹਰੇਕ ਸੈਂਟਰ 'ਤੇ ਹੋਣੇ ਚਾਹੀਦੇ ਆ, ਹਰੇਕ ਜਿੱਥੇ ਕੋਈ ਡਾਕਟਰ ਬੈਠਾ ਹੈਗਾ, ਇੰਜੈਕਸ਼ਨ ਐਮੀਆਂਡਰੋਨ ਜਿਹੜਾ ਹੈ ਉਹ ਪੇਸ਼ੈਂਟ ਨੂੰ ਲੱਗਣਾ ਚਾਹੀਦਾ। ਜੇਕਰ ਵੈਂਟਰੀਕੂਲਰ ਟੈਕੀਕਾਰਡੀਆ ਜਾਂ ਫਿਬਰੀਲੇਸ਼ਨ ਆ ਤਾਂ ਇੰਜੈਕਸ਼ਨ ਲਿਡੋਕੇਨ ਆ, ਠੀਕ ਹੈ। ਔਰ ਜੇਕਰ ਉਸ ਨੂੰ ਇੰਟੂਬੇਸ਼ਨ ਕਰਨ ਦੀ ਲੋੜ ਪੈਂਦੀ ਹੈ, ਇੰਟੂਬੇਸ਼ਨ ਹੁੰਦਾ ਵਾ ਕਿ ਉੱਥੇ ਸਾਹ ਰਸਤੇ ਦੇ ਵਿੱਚ ਇੱਕ ਹੋਰ ਬਾਹਰੋਂ ਦੀ ਨਾਲੀ ਪਾ ਕੇ ਵੈਂਟੀਲੇਟਰ 'ਤੇ ਲਾਉਣਾ, ਤਾਂ ਵੀ ਉਹਦੀ ਲੋੜ ਪੈਂਦੀ ਹੈ, ਠੀਕ ਹੈ ਨਾ। ਕਈ ਵਾਰੀ ਕੋਈ ਪੇਸ਼ੈਂਟ ਦੇ ਪਰਿੰਡਾਂ ਹੀ ਬਹੁਤ ਸਾਰੀਆਂ ਲੜ ਗਈਆਂ ਜਾਂ ਕੋਈ ਹੋਰ ਇਸ ਤਰ੍ਹਾਂ ਐਨਾਫਾਈਲੈਕਟਿਕ ਸ਼ੌਕ ਆ ਗਿਆ, ਠੀਕ ਹੈ ਨਾ, ਜਾਂ ਕਿਸੇ ਡਰੱਗ ਦੇ ਰਿਐਕਸ਼ਨ ਹੋ ਗਏ, ਸਾਨੂੰ ਉੱਥੇ ਵੀ ਇੰਟੂਬੇਸ਼ਨ ਦੀ ਲੋੜ ਪੈ ਜਾਂਦੀ ਹੈਗੀ ਹੈ, ਠੀਕ ਹੈ, ਛੋਟੇ ਸੈਂਟਰਾਂ 'ਤੇ। ਅਤੇ ਔਰ ਹਰੇਕ ਡਾਕਟਰ ਨੂੰ ਇੰਟੂਬੇਸ਼ਨ ਕਰਨੀ ਆਉਣੀ ਚਾਹੀਦੀ ਹੈ, ਠੀਕ ਹੈ। ਉਦੋਂ ਫਿਰ ਇੰਜੈਕਸ਼ਨ ਦਾ ਜੇ ਹਾਰਟ ਰੇਟ ਘੱਟ, ਪੇਸ਼ੈਂਟ ਦਾ ਹਾਰਟ ਰੇਟ ਘੱਟ ਆ ਤਾਂ ਉਹਨੂੰ ਇੰਜੈਕਸ਼ਨ ਐਟ੍ਰੋਪੀਨ ਪਹਿਲਾਂ ਦੇਣਾ ਹੁੰਦਾ, ਠੀਕ ਹੈ। ਅਤੇ ਇਹ ਤਾਂ ਸੀਗਾ ਜੀ ਆਮ ਲੋਕ ਇਹਨੂੰ ਕਹਿੰਦੇ ਆ ਵੀ ਮੁਰਦੇ 'ਚ ਸਾਹ ਪਾਉਣ ਦੀ ਪ੍ਰਕਿਰਿਆ, ਅਸੀਂ ਇਹਨੂੰ ਕਹਿੰਦੇ ਹਾਂ CPR, ਕਾਰਡੀਓਪਲਮਨਰੀ ਰਿਸਸੀਟੇਸ਼ਨਸ, ਠੀਕ ਹੈ। ਇਸ ਤੋਂ ਬਿਨਾਂ ਇਹ ਤਾਂ ਸੀਗਾ ਪੇਸ਼ੈਂਟ ਬਿਲਕੁਲ ਹੀ ਹਾਰਟ ਵੀ ਨਹੀਂ ਸੀ ਚੱਲਦਾ, ਫੇਫੜੇ ਵੀ ਨਹੀਂ ਸੀ ਚੱਲਦੇ,
ਹੈ, ਬਲੱਡ ਪ੍ਰੈਸ਼ਰ ਵੀ ਮੇਜਰ ਹੁੰਦਾ। ਠੀਕ ਹੈ। ਹੁਣ ਜੇਕਰ ਕੋਈ ਪੇਸ਼ੈਂਟ ਕੋਮਾ ਦੇ ਵਿੱਚ ਆਉਂਦਾ ਹੈ, ਕੋਮਾ ਦਾ ਮਤਲਬ ਹੁੰਦਾ ਕਿ ਉਹਨੂੰ ਕੋਈ ਹੋਸ਼ ਨਹੀਂ ਆ, ਅਨਕੌਂਸ਼ੀਅਸ ਪੇਸ਼ੈਂਟ ਆ, ਔਰ ਅਨਕੌਂਸ਼ੀਅਸ ਦੇ ਨਾਲ ਅਨਨੋਨ ਵੀ ਆ, ਪਤਾ ਨਹੀਂ ਉਹ ਕੌਣ ਆ। ਠੀਕ ਹੈ। ਉਹ ਤੁਹਾਡੇ ਕੋਲੇ ਆ ਜਾਂਦਾ ਹਸਪਤਾਲ ਦੇ ਵਿੱਚ। ਠੀਕ ਹੈ। ਜਿਸ ਤਰ੍ਹਾਂ ਤਾਂ ਉਸ ਨੂੰ ਅਸੀਂ ਕਿਵੇਂ ਲੱਭਣਾ ਹੈ ਵੀ ਇਹਨੂੰ ਬਿਮਾਰੀ ਕੀ ਹੈ, ਤਾਂ ਉਹਦਾ ਕਿਸ ਤਰ੍ਹਾਂ ਇਲਾਜ ਕਰਨਾ ਹੈ। ਠੀਕ ਹੈ। ਕਿ ਕੋਮੇ ਦੇ ਵਿੱਚ ਜੇਕਰ ਸਹੀ ਇਲਾਜ ਕੀਤਾ ਜਾਂਦਾ ਤਾਂ ਇਹਦੇ ਵਿੱਚ ਵੀ ਬੜੇ ਵਧੀਆ ਰਿਜ਼ਲਟ ਮਿਲਦੇ ਆ। ਜਿਸ ਤਰ੍ਹਾਂ ਕੋਮਾ ਇੱਕ ਲੱਛਣ ਹੈਗਾ, ਆਪਣੇ ਆਪ 'ਚ ਬਿਮਾਰੀ ਨਹੀਂ। ਜਿਸ ਤਰ੍ਹਾਂ ਪੀਲੀਆ ਇੱਕ ਲੱਛਣ ਹੈ, ਕਹਿੰਦੇ ਮੈਨੂੰ ਪੀਲੀਆ ਹੋਇਆ। ਹੁਣ ਪੀਲੀਏ ਦੇ ਬਹੁਤ ਸਾਰੇ ਕਾਰਨ ਨੇ। ਠੀਕ ਹੈ। ਹੈਪੇਟਾਈਟਸ A B C, ਵਾਇਰਲ ਹੈਪੇਟਾਈਟਸ ਹੋ ਗਈਆਂ, ਅਲਕੋਹਲ ਕਰਕੇ ਹੋ ਗਿਆ, ਗਲ ਬਲੈਡਰ ਕਰਕੇ ਹੋ ਗਿਆ, ਕੈਂਸਰ ਕਰਕੇ ਹੋ ਗਿਆ। ਠੀਕ ਹੈ। ਅਨੇਕਾਂ ਹੀ ਲੱਛਣ ਨੇ ਜਿਹੜੇ ਹੈਗੇ ਆ ਪੀਲੀਏ ਦੇ ਕਾਰਨ ਨੇ। ਉਹਨਾਂ 'ਚੋਂ ਕੀ ਕਾਰਨ ਹੈ ਉਹ ਅਸੀਂ ਲੱਭਦੇ ਹਾਂ। ਠੀਕ ਹੈ। ਪੀਲੀਆ ਜਿਸ ਤਰ੍ਹਾਂ ਲੱਛਣ ਆ, ਉਸ ਤਰ੍ਹਾਂ ਹੀ ਕੋਮਾ ਵੀ ਇੱਕ ਬਹੁਤ ਸਾਰੀਆਂ ਬਿਮਾਰੀਆਂ ਦਾ ਲੱਛਣ ਹੈ। ਠੀਕ ਹੈ। ਬਲਕਿ ਲੱਛਣ ਨਹੀਂ, ਲੱਛਣਾਂ ਦਾ ਸਮੂਹ ਹੈ ਇਹ। ਠੀਕ ਹੈ। ਇਹਦੇ ਵਿੱਚ ਜਿਹੜੇ ਟੀਮ ਮੈਂਬਰ ਹੁੰਦੇ ਆ ਉਹਨਾਂ ਨੇ ਬਹੁਤ ਹੀ ਮੁਸਤੈਦੀ ਦੇ ਨਾਲ ਔਰ ਬੜੀ ਹੀ ਸੁਹਿਰਦਤਾ ਦੇ ਨਾਲ ਜਿਹੜੇ ਹੈਗਾ ਕੰਮ ਕਰਨਾ ਹੁੰਦਾ, ਔਰ ਬੜੇ ਹੀ ਉਹ ਮਾਹਰ ਹੋਣੇ ਚਾਹੀਦੇ ਆ। ਇੱਥੇ ਵੀ ਅਸੀਂ ABCD ਮੈਨਰ ਦੇ ਵਿੱਚ ਚੱਲਦੇ ਹੈਗੇ ਹਾਂ। A ਫਾਰ 에ਅਰਵੇ, ਜਿਸ ਤਰ੍ਹਾਂ ਪਹਿਲਾਂ ਦੱਸਿਆ, ਸੈਕਸ਼ਨ ਕਰੋ ਉਸਦੀ, ਉਸ ਦਾ ਸੈਕਸ਼ਨ ਮਸ਼ੀਨ ਹੈ ਨਾ, ਇਲੈਕਟ੍ਰੀਕਲ ਹੈ, ਫੁੱਟ ਆਪਰੇਟਡ ਹੈ। ਜਾਂ ਛੋਟੇ ਬੱਚਿਆਂ ਦੇ ਵਿੱਚ ਵੀ ਅਸੀਂ ਮਿਊਕਸ ਐਕਸਟ੍ਰੈਕਟਰ ਜਾਂ ਮਿਊਕਸ ਸ਼ੱਕਰ ਵੀ ਯੂਜ਼ ਕਰ ਲੈਂਦੇ ਹਾਂ, ਜਿਹਦੇ ਵਿੱਚ ਇੱਕ ਟਿਊਬ ਹੁੰਦੀ ਹੈ। ਠੀਕ ਹੈ। ਮਰੀਜ਼ ਦੇ ਨੱਕ ਗਲੇ 'ਚ ਪਾਉਣ ਵਾਲੀ, ਦੂਜੇ ਅਸੀਂ ਮੂੰਹ ਦੇ ਨਾਲ ਕਰ ਲੈਂਦੇ ਹੈਗੇ ਹਾਂ। ਉਹ ਸਾਰਾ ਜਿਹੜਾ ਲਿਕੁਇਡ ਆ ਉਹ ਇੱਕ ਸਿਰੰਜ ਟਾਈਪ ਵੱਡੀ ਸਾਰੀ ਹੁੰਦੀ, ਉਹ 'ਚ ਇਕੱਠਾ ਹੋ ਜਾਂਦਾ। ਅਤੇ ਠੀਕ ਹੈ, ਜਿਹੜਾ ਐਕਸਟ੍ਰੈਕਟ ਕਰਦਾ ਹੈਗਾ ਮੈਡੀਕਲ ਹੈਲਪ ਦਿੰਦਾ, ਉਹਦੇ ਵਾਲੇ ਪਾਸੇ ਕੁਛ ਨਹੀਂ ਜਾਂਦਾ ਹੈ। ਠੀਕ ਹੈ। ਇਹਦੇ ਵਿੱਚ ਵੀ A ਫਾਰ 에ਅਰਵੇ ਕਲੀਅਰ ਕਰਨਾ ਹੈਗਾ। ਦੈਨ B ਫਾਰ ਬਰੀਦਿੰਗ, ਉਸੇ ਤਰ੍ਹਾਂ ਹੀ B ਫਾਰ ਬਲੱਡ ਪ੍ਰੈਸ਼ਰ। ਬਰੀਦਿੰਗ ਦੇ ਵਿੱਚ ਇਹਦੇ ਵਿੱਚ ਵੀ ਜਿਹੜੀ ਹੈਗੀ ਆ ਆਕਸੀਜਨ ਅਸੀਂ ਨਾਲ ਦੇਣੀ ਹੈਗੀ ਆ, ਖਾਸ ਕਰਕੇ ਜੇ ਉਹਦੀ ਸੈਚੂਰੇਸ਼ਨ 90% ਤੋਂ ਥੱਲੇ ਜਾ ਰਹੀ ਹੈਗੀ ਆ। ਆਕਸੀਜਨ ਸੈਚੂਰੇਸ਼ਨ ਕਈ ਵਾਰੀ ਸਾਡੇ ਡਿਜੀਟਲ ਜਿਹੜੇ ਹੁੰਦੇ ਆ ਇਕਵਿਪਮੈਂਟ ਹੁੰਦੇ ਆ ਛੋਟੇ ਛੋਟੇ, ਜਿਹਨਾਂ ਨੂੰ ਦੇਖਣ ਵਾਲੇ ਆਕਸੀਜਨ ਸੈਚੂਰੇਸ਼ਨ ਉਹ ਠੀਕ ਨਹੀਂ ਦੱਸਦੇ। ਲੇਕਿਨ ਉਹਦੇ ਵਿੱਚ ਦੇਖ ਲਓ ਕਿ ਪੇਸ਼ੈਂਟ ਦੀ ਜੇ ਰੈਸਪੀਰੇਸ਼ਨ ਚੱਲਦੀ ਆ ਕਿ ਰੈਸਪੀਰੇਟਰੀ ਡਿਸਟ੍ਰੈਸ ਤਾਂ ਨਹੀਂ ਹੈਗੀ, ਉਹਨੂੰ ਕੀ ਨਾ ਔਖਾ ਸਾਹ ਤਾਂ ਨਹੀਂ ਇਸ ਤਰ੍ਹਾਂ ਲੈ ਰਿਹਾ, ਜਾਂ ਹੈ ਨਾ ਐਕਸੈਸਰੀ ਰੈਸਪੀਰੇਟਰੀ ਮਸਲ ਤਾਂ ਨਹੀਂ ਕੰਮ ਕਰ ਰਹੇ ਹੈਗੇ। ਠੀਕ ਹੈ। ਉੱਥੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਸ ਜਾਂ ਉਹਦਾ ਨੀਲਾ ਤਾਂ ਨਹੀਂ ਹੋਇਆ, ਸਾਈਨੋਸਿਸ ਤਾਂ ਨਹੀਂ ਹੈਗੀ। ਠੀਕ ਹੈ। ਤਾਂ ਉਹਨਾਂ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ। ਜੇ ਬਿਨਾਂ ਲੋੜ ਤੋਂ ਵੀ ਲੱਗ ਜਾਏ ਵੀ ਕੋਈ ਗੱਲ ਨਹੀਂ ਹੈਗੀ। ਠੀਕ ਹੈ। ਅਤੇ ਨਾਲੋਂ ਨਾਲ ਹੀ C ਫਾਰ ਸਰਕੂਲੇਸ਼ਨ ਬਲੱਡ ਪ੍ਰੈਸ਼ਰ ਦੀ ਸਰਕੂਲੇਸ਼ਨ, ਬਲੱਡ ਦੀ ਸਰਕੂਲੇਸ਼ਨ। ਇਹਦੇ ਲਈ ਨਾਲ ਦੀ ਨਾਲ IV ਲਾਈਨ ਆ ਜਿਹੜੀ ਮਰੀਜ਼ ਦੀ ਮੇਨਟੇਨ ਕਰ ਲੈਣੀ ਆ, ਤਾਂ ਕਿ ਡਰੱਗਸ ਦਿੱਤੀਆਂ ਜਾ ਸਕਣ। A ਫਾਰ 에ਅਰਵੇ, B ਫਾਰ ਬਰੀਦਿੰਗ ਐਂਡ ਬਲੱਡ ਪ੍ਰੈਸ਼ਰ, C ਫਾਰ ਸਰਕੂਲੇਸ਼ਨ, D ਫਾਰ ਡਰੱਗਸ। ਡਰੱਗਸ ਦੇ ਵਿੱਚ ਅਸੀਂ ਕੀ ਕਰਨਾ, ਸਾਡੇ ਕੋਲ ਕੋਈ ਤਰੀਕਾ ਨਹੀਂ ਹੈਗਾ ਕਿ ਇਹਨੂੰ ਕੀ ਹੋਇਆ। ਉਹਦੇ ਵਿੱਚ ਅਸੀਂ ਸਿੱਧਾ ਹੀ 25% ਡੈਕਸਟਰੋਜ਼, 100 ml ਡੈਕਸਟਰੋਜ਼, 25% IV ਫਾਸਟ ਦੇਣਾ ਹੈ ਵਿਦ 100 ਮਿਲੀਗ੍ਰਾਮ ਇੰਜੈਕਸ਼ਨ ਥਾਇਆਮੀਨ। ਠੀਕ ਹੈ। ਕਈ ਵਾਰੀ ਕਰੋਨਿਕ ਅਲਕੋਹਲਿਕ ਹੁੰਦੇ, ਉਹਨਾਂ ਵਿੱਚ ਥਾਇਆਮੀਨ ਡੈਫੀਸ਼ੀਐਂਸੀ ਹੋ ਜਾਂਦੀ ਹੈ, ਉਹਨਾਂ 'ਚ ਦੌਰੇ ਵੀ ਪੈ ਜਾਂਦੇ ਹੈਗੇ ਹਨ। ਠੀਕ ਹੈ। ਅਤੇ 25% ਡੈਕਸਟਰੋਜ਼, 100 ml ਸਿੱਧਾ ਬਿਨਾਂ ਕੁਛ ਕੀਤਿਆਂ। ਠੀਕ ਹੈ। ਅਤੇ ਨਾਲ ਇੰਜੈਕਸ਼ਨ ਥਾਇਆਮੀਨ 100 ਮਿਲੀਗ੍ਰਾਮ IV ਡ੍ਰਿਪ ਦੇ ਵਿੱਚ ਨਾਲੋਂ ਨਾਲ ਹੀ। ਠੀਕ ਹੈ। ਅਤੇ ਜੇਕਰ ਮਰੀਜ਼ ਦੀ ਕਿਤੋਂ ਬਲੀਡਿੰਗ ਹੋ ਰਹੀ ਆ ਤਾਂ ਉਹਨੂੰ ਨਾਲੋਂ ਨਾਲ ਬਲੀਡਿੰਗ ਨੂੰ ਵੀ ਜਿਹੜੀ ਆ ਕੰਟਰੋਲ ਕਰਨਾ ਹੈ। ਜੇਕਰ ਉਸ ਨੂੰ ਕੋਈ ਇੰਜਰੀ ਹੈ, ਕੋਈ ਹੈਡ ਇੰਜਰੀ ਆ, ਕੋਈ ਖਾਸ ਕਰਕੇ ਸਪਾਈਨ ਦੀ ਇੰਜਰੀ ਆ। ਠੀਕ ਹੈ। ਤਾਂ ਕਿ ਹੋਰ ਡੈਮੇਜ ਨਾ ਹੋਵੇ, ਸਪਾਈਨਸ ਨੂੰ ਜਿਹੜਾ ਹੈਗਾ ਸਟੇਬਲਾਈਜ਼ ਕਰਨਾ ਹੈ ਨਾਲੋਂ ਨਾਲ ਹੀ। ਠੀਕ ਹੈ। ਇਸ ਤੋਂ ਬਿਨਾਂ ਇਹ ਪੂਰੀ ਸਾਰੀ ਇੱਕ ਮਾਹਰ ਅਤੇ ਬੜੀ ਐਕਸਪਰਟ ਟੀਮ ਦਾ ਕੰਮ ਹੈਗਾ, ਔਰ ਬੜੀ ਜਿਹੜੀ ਫੁਰਤੀ ਨਾਲ ਕੰਮ ਕਰਦੀ ਹੋਵੇ। ਅਤੇ ਬਾਕੀ ਦੇ ਜਿਹੜੇ ਟੀਮ ਮੈਂਬਰ ਆ ਉਹ ਨਾਲ ਦੇ, ਜੇ ਕੋਈ ਅਟੈਂਡੈਂਟ ਆ ਉਹਦੋਂ ਪੁੱਛ-ਗਿੱਛ ਕਰਨਗੇ ਵੀ ਇਹਨੂੰ ਕਦੋਂ ਤੁਸੀਂ ਠੀਕ ਦੇਖਿਆ ਸੀਗਾ। ਠੀਕ ਹੈ। ਜਾਂ ਇਹਨੂੰ ਕਿੱਥੋਂ ਲਿਆਂਦਾ ਗਿਆ, ਹੈ ਨਾ, ਕੋਈ ਚਸ਼ਮਦੀਦ ਗਵਾਹ ਸੀਗਾ ਕਿਵੇਂ ਇਹਨੂੰ, ਮਤਲਬ ਕਿ ਇਹ ਬੇਹੋਸ਼ੀ ਵੱਲ ਗਿਆ, ਹੌਲੀ ਹੌਲੀ ਗਿਆ, ਜਾਂ ਇੱਕਦਮ ਗਿਆ, ਜਾਂ ਕੋਈ ਵੀ ਹਿਸਟਰੀ ਨਹੀਂ ਮਿਲਦੀ ਜੀ, ਨਹੀਂ ਇਹ ਤਾਂ ਉੱਥੇ ਡਿੱਗਿਆ ਪਿਆ ਸੀ, ਅਸੀਂ ਚੱਕ ਕੇ ਲਿਆਏ ਹੈਗੇ ਆ ਨਾ, ਕਿਸ ਜਗ੍ਹਾ ਤੋਂ ਰਿਕਵਰ ਹੋਇਆ ਹੈਗਾ। ਠੀਕ ਹੈ। ਫਿਰ ਅਸੀਂ ਦੇਖਣਾ ਹੈਗਾ ਉਹਦੇ 'ਚੋਂ ਕੋਈ ਸਮੈਲ ਤਾਂ ਨਹੀਂ ਆ ਰਹੀ ਹੈਗੀ ਪੇਸ਼ੈਂਟ ਤੋਂ, ਸਮੈਲ ਕਿਸ ਚੀਜ਼ ਦੀ, ਜਾਂ ਕੋਈ ਉਹਦੇ ਇਲੈਕਟ੍ਰਿਕ ਬਰਨ ਤਾਂ ਨਹੀਂ ਹੈਗੇ, ਜਾਂ ਕੋਈ ਸਨੇਕ ਬਾਈਟ ਤਾਂ ਨਹੀਂ ਹੈਗਾ, ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਇੰਜਰੀ ਤਾਂ ਨਹੀਂ ਹੈਗੀ। ਇਹ ਸਾਰੀਆਂ ਗੱਲਾਂ ਦੇਖਣੀਆਂ ਨੇ ਕਿ ਕਿਸ ਜਗ੍ਹਾ ਤੋਂ ਆਇਆ। ਜੇਕਰ ਉਹ ਕੋਈ ਮਤਲਬ ਕਿ ਬਾਹਰੋਂ ਖੇਤਾਂ ਦੇ ਵਿੱਚੋਂ ਆਇਆ ਹੈ, ਜਾਂ ਕੋਈ ਹੋਰ ਹੈ, ਕੋਈ ਸਨੇਕ ਬਾਈਟ ਵੀ ਹੋ ਸਕਦਾ ਹੈ। ਜੇ ਕੋਈ ਬਿਜਲੀ ਦੀਆਂ ਤਾਰਾਂ ਵਗੈਰਾ ਸੀਗਾ, ਹੋ ਸਕਦਾ ਕੋਈ ਖਾਸ ਕਰਕੇ ਸਿਰ ਦੇ ਉੱਤੇ ਜਾਂ ਪੈਰਾਂ ਦੇ ਵਿੱਚ, ਜਾਂ ਕਿਤੇ ਹੋਰ ਜਿਊਲਸ ਬਰਨ ਕਹਿੰਦੇ ਅਸੀਂ ਉਹਨੂੰ, ਇਲੈਕਟ੍ਰਿਕ ਬਰਨ ਜਿਹੜੇ ਉਹ ਵੀ ਹੋ ਸਕਦੇ ਆ, ਉੱਥੋਂ ਅਸੀਂ ਕਲਿਊ ਲਾ ਸਕਦੇ ਹਾਂ। ਅਤੇ ਮਰੀਜ਼ ਦੀ ਜਿਹੜੀ ਜਾਮਾ ਤਲਾਸ਼ੀ ਲਓ ਵੀ ਉਹਦੇ ਵਿੱਚੋਂ ਕੋਈ ਦਵਾਈ ਨਿਕਲਦੀ ਆ, ਕੋਈ ਮੈਡੀਸਨ ਨਿਕਲਦੀ ਆ, ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਹੋਰ ਕੋਈ ਨੋਟ ਨਿਕਲਦਾ ਹੈਗਾ ਲਿਖਿਆ ਹੋਇਆ। ਠੀਕ ਹੈ। ਅਤੇ ਜਿਹੜੇ ਉਹਦੇ ਵਾਈਟਲ ਸਾਈਨ ਨੇ, ਬਲੱਡ ਪ੍ਰੈਸ਼ਰ ਆ, ਟੈਂਪਰੇਚਰ ਆ, ਹਾਰਟ ਰੇਟ ਆ, ਪਲਸ ਰੇਟ ਆ, ਇਹ ਬੜੀ ਜਲਦੀ ਜਿਹੜੇ ਹੈਗੇ ਆ ਅਸੈਸਮੈਂਟ ਇਹਨਾਂ ਦੀ ਕਰ ਲੈਣੀ ਚਾਹੀਦੀ ਹੈ। ਠੀਕ ਹੈ।
ਤੇ ਜਿਹੜੀ ਕਾਰਡੀਓ ਰੈਸਪੀਰੇਟਰੀ ਸਪੋਰਟ ਆ ਉਹਨੂੰ ਮੇਨਟੇਨ ਜਿਹੜਾ ਜੇ ਲੋੜ ਪੈਂਦੀ ਹੈ ਤਾਂ ਕਰ ਲੈਣਾ ਚਾਹੀਦਾ, ਠੀਕ ਹੈ। ਤੇ ਜਿੰਨੀ ਦੇਰ ਤੱਕ ਅਸੀਂ ਇਹ ਕੰਮ ਕਰ ਰਹੇ ਆ ਟੀਮ ਮੈਂਬਰ, ਬਾਕੀ ਜਿਹੜੇ ਹੈਗੇ ਆ ਟੀਮ ਮੈਂਬਰ ਹੈ ਉਹ ਇੱਕ ਬੜੀ ਜਲਦੀ ਉਹਦੀ ਹਿਸਟਰੀ ਲੈਣਗੇ, ਠੀਕ ਹੈ, ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈਗਾ, ਠੀਕ ਹੈ। ਤੇ ਆਮ ਤੌਰ 'ਤੇ ਹੁਣ ਤਾਂ ਗਲੂਕੋਮੀਟਰ ਬੜੇ ਕਾਮਨ ਨੇ, ਤਕਰੀਬਨ ਲੋਕਾਂ ਕੋਲੇ ਘਰਾਂ ਦੇ ਵਿੱਚ ਵੀ ਹੈਗਾ। ਜੇ ਗਲੂਕੋਮੀਟਰ ਅਵੇਲੇਬਲ ਹੈਗਾ ਤਾਂ ਉਸੇ ਵੇਲੇ ਉਹਦੀ ਬਲੱਡ ਸ਼ੂਗਰ ਲੈਵਲ ਜਿਹੜੀ ਹੈਗੀ ਆ ਇੱਕ ਐਸਟੀਮੇਟ ਲਾਇਆ ਜਾ ਸਕਦਾ ਗਲੂਕੋਮੀਟਰ ਦੇ ਨਾਲ, ਠੀਕ ਹੈ। ਤੇ ਇੱਕ ਬੰਦਾ ਨਾਲੋਂ ਨਾਲ ਹੀ ਜਿਹੜਾ ਹੈਗਾ ਬਲੱਡ ਸੈਂਪਲ ਵਿਡਰਾ ਕਰੇਗਾ, ਕਾਹਦੇ ਲਈ? ਬਲੱਡ ਸੈਂਪਲ ਫਾਰ ਬਲੱਡ ਸ਼ੂਗਰ, ਇਲੈਕਟ੍ਰੋਲਾਈਟ ਆ, LFT ਆ, RFT ਆ, ਈਵਨ ਮਲੇਰੀਏ ਲਈ, CBC ਲਈ। ਤੇ ਉਹਦਾ ਯੂਰਨ ਦਾ ਸੈਂਪਲ ਕਲੈਕਟ ਕਰੇਗਾ ਕੈਥੀਟਰ ਵਗੈਰਾ ਪਾ ਕੇ, ਠੀਕ ਹੈ। ECG ਬੈੱਡ ਸਾਈਡ ਮਰੀਜ਼ ਦੀ ਹੋ ਜਾਏਗੀ, ਐਕਸਰੇ ਚੈਸਟ ਬੈੱਡ ਸਾਈਡ ਹੋ ਜਾਏਗਾ ਮਰੀਜ਼ ਦਾ, ਠੀਕ ਹੈ। ਤੇ D ਫਾਰ ਡਰੱਗਸ ਦੇ ਵਿੱਚ IV ਗਲੂਕੋਜ਼ 25%, 100 ml 100 ਮਿਲੀਗ੍ਰਾਮ ਇੰਜੈਕਸ਼ਨ ਥਾਇਆਮੀਨ ਅਸੀਂ ਇਹਨੂੰ ਲਾਤਾ। ਜੇ ਤਾਂ ਪੇਸ਼ੈਂਟ ਠੀਕ ਹੋ ਗਿਆ ਤਾਂ ਇਹਦਾ ਮਤਲਬ ਉਹਨੂੰ ਹਾਈਪੋਗਲਾਈਸੀਮੀਆ ਸੀ, ਇਹਦਾ ਮਤਲਬ ਉਹਦੀ ਸ਼ੂਗਰ ਘਟੀ ਹੋਈ ਸੀਗੀ। ਸ਼ੂਗਰ ਘਟਦੇ ਆਮ ਤੌਰ 'ਤੇ ਉਹਨਾਂ 'ਚ ਜਿਹੜੇ ਸ਼ੂਗਰ ਦੀ ਦਵਾਈ ਖਾਂਦੇ ਨੇ ਜਾਂ ਇੰਸੂਲਿਨ ਦੇ ਟੀਕੇ ਲੈਂਦੇ ਨੇ, ਜਾਂ ਕਈ ਵਾਰੀ ਕਈ ਦਿਨਾਂ ਤੋਂ ਮਰੀਜ਼ ਨੇ ਖਾਧਾ ਨਹੀਂ, ਜਾਂ ਕਰੋਨਿਕ ਅਲਕੋਹਲਿਕ ਨੇ, ਠੀਕ ਹੈ। ਕਰੋਨਿਕ ਅਲਕੋਹਲਿਕ ਦੇ ਵਿੱਚ ਜੇਕਰ ਅਸੀਂ ਇਕੱਲਾ ਗਲੂਕੋਜ਼ ਦਿੰਦੇ ਹੈਗੇ ਆ ਤਾਂ ਉਹਦੇ ਕਈ ਵਾਰੀ ਉਸ ਤੋਂ ਬਾਅਦ ਦੇ ਵਿੱਚ ਕੰਡੀਸ਼ਨ ਜਿਹੜੀ ਖਰਾਬ ਹੋ ਜਾਂਦੀ ਹੈ, ਇਸ ਕਰਕੇ ਇੰਜੈਕਸ਼ਨ ਥਾਇਆਮੀਨ ਅਸੀਂ ਨਾਲੋਂ ਨਾਲ ਹੀ ਦਿੰਦੇ ਹੈਗੇ ਆ, ਠੀਕ ਹੈ। ਜੇਕਰ ਰਿਸਪੌਂਸ ਆ ਗਿਆ ਤਾਂ ਅਸੀਂ ਇਹ ਸੋਚਣਾ ਹੈਗਾ ਕਿ ਇਸ ਨੂੰ ਹਾਈਪੋਗਲਾਈਸੀਮੀਆ ਸੀ। ਜੇਕਰ ਨਹੀਂ ਰਿਸਪੌਂਸ ਆਇਆ ਤਾਂ ਦੇਖੋ ਵੀ ਕੋਈ ਹੈੱਡ ਇੰਜਰੀ ਦੀ ਹਿਸਟਰੀ ਤਾਂ ਨਹੀਂ, ਕੋਈ ਟਰੋਮਾ ਤਾਂ ਨਹੀਂ, ਕੋਈ ਸੱਟ ਤਾਂ ਨਹੀਂ ਲੱਗੀ ਹੋਈ, ਤਾਂ ਉਹਦੇ ਅਕੋਰਡਿੰਗ ਜਿਹੜਾ ਟਰੀਟ ਕਰੋ। ਕੋਈ ਡਰੱਗ ਇਨਟੇਕ ਦੀ ਹਿਸਟਰੀ ਵਗੈਰਾ ਮਿਲਦੀ ਹੈ ਉਹ ਦੇਖ ਲੈਣੀ ਚਾਹੀਦੀ ਹੈ। ਤੇ ਜੇਕਰ ਇਹ ਵੀ ਨਹੀਂ ਹੈਗਾ ਤਾਂ ਦੇਖੋ ਕਿ ਉਸ ਨੂੰ ਡੀਹਾਈਡਰੇਸ਼ਨ ਤਾਂ ਨਹੀਂ, ਪਾਣੀ ਦੀ ਘਾਟ ਤਾਂ ਨਹੀਂ ਹੋਈ ਹੈਗੀ, ਜਾਂ ਉਹਦੇ ਤੋਂ ਐਸੀਟੋਨ ਲਾਈਕ ਸਮੈਲ ਨਹੀਂ। ਜੇ ਪਾਣੀ ਦੀ ਘਾਟ ਆ, ਐਸੀਟੋਨ ਲਾਈਕ ਸਮੈਲ ਹੈਗੀ ਆ, ਤਾਂ ਸਸਪੈਕਟ ਕਰੋ ਕਿ ਡਾਇਬੀਟਿਕ ਕੋਮਾ ਹੈਗਾ, ਠੀਕ ਹੈ। ਉਹਦੀ ਸ਼ੂਗਰ ਲੈਵਲ ਬਹੁਤ ਵਧੀਆ ਜਿਸ ਕਰਕੇ ਉਹ ਕੋਮਾ ਚਲਿਆ ਗਿਆ, ਤਾਂ ਉਹਦੇ ਅਕੋਰਡਿੰਗ ਆ ਜਿਹੜਾ ਟਰੀਟ ਕਰ ਲੈਣਾ ਚਾਹੀਦਾ। ਜੇਕਰ ਇਹ ਦੋਨੇ ਚੀਜ਼ਾਂ ਵੀ ਨਹੀਂ ਹੈਗੀਆਂ ਤਾਂ ਠੀਕ ਹੈ, ਦੇਖੋ ਕਿ ਨੈਕ ਰਿਜਿਡਿਟੀ ਹੈਗੀ, ਕਿ ਕੋਈ ਨੈਕ ਸਟਿਫਨੈਸ ਹੈਗੀ। ਜਦੋਂ ਮਰੀਜ਼ ਨੂੰ ਅਸੀਂ ਇੱਦਾਂ ਕਰਕੇ ਦੇਖਦੇ ਹੈਗੇ, ਕਈ ਵਾਰੀ ਇਹ ਪੂਰੀ ਸਹੀ ਵੀ ਨਹੀਂ ਹੁੰਦੀ ਇੱਥੇ ਕੋਮਾ ਦੀ ਕੰਡੀਸ਼ਨ ਦੇ ਵਿੱਚ, ਲੇਕਿਨ ਫਿਰ ਵੀ ਜੇ ਹੈਗੀ ਆ ਤਾਂ ਸੋਚੋ ਵੀ ਜਾਂ ਤਾਂ ਸਬਰੈਕਨਡ ਹੈਮਰੇਜ ਹੋ ਸਕਦੀ ਹੈ ਬ੍ਰੇਨ ਦੇ ਵਿੱਚ, ਜਾਂ ਫਿਰ ਮੈਨਜਾਈਟਸ ਹੋ ਸਕਦਾ ਹੈਗਾ। ਜੇ ਨੈਕ ਸਟਿਫਨੈਸ ਨਹੀਂ ਹੈਗੀ, ਠੀਕ ਹੈ, ਤਾਂ ਮਰੀਜ਼ ਨੂੰ ਪੁੱਛੋ ਵੀ ਇਹਨੂੰ ਕਦੇ ਪਹਿਲਾਂ ਕੋਈ ਦੌਰਾ ਪੈਂਦਾ ਸੀਗਾ, ਕੋਈ ਪਹਿਲਾਂ ਕੋਈ ਇਹਦੀ ਜੀਭ ਕੱਟੀ ਗਈ ਹੈ ਦੌਰੇ ਦੇ ਵਿੱਚ, ਠੀਕ ਹੈ ਨਾ, ਜਾਂ ਦੌਰੇ ਦੇ ਵਿੱਚ ਪਹਿਲਾਂ ਕਦੇ ਸੱਟ ਲੱਗੀ ਹੈ। ਜੇਕਰ ਤਾਂ ਜੈਸ ਹੈਗਾ ਤਾਂ ਇਹਦਾ ਆਨਸਰ, ਤਾਂ ਇਹਦਾ ਮਤਲਬ ਉਹਨੂੰ ਕੋਈ ਮਿਰਗੀ ਵਗੈਰਾ ਦਾ ਦੌਰਾ ਪਿਆ ਹੈ। ਜੇਕਰ ਨੋ ਹੈ ਇਸ ਗੱਲ ਦਾ ਆਨਸਰ, ਤਾਂ ਅੱਗੇ ਅਸੀਂ ਵਧਣਾ ਹੈ ਕਿ ਫੁੱਲ ਐਗਜ਼ਾਮੀਨੇਸ਼ਨ, ਨਿਊਰੋਲੋਜੀਕਲ ਐਗਜ਼ਾਮੀਨੇਸ਼ਨ ਪੇਸ਼ੈਂਟ ਦਾ ਕਰਨਾ ਹੈ, ਜਿਹਦੇ ਵਿੱਚ ਫੰਡੋਸਕੋਪੀ ਦੇ ਵਿੱਚ ਅੱਖ ਦੇ ਵਿੱਚ ਜਿਹੜਾ ਹੈਗਾ ਉਹਦਾ ਇੰਸਟਰੂਮੈਂਟ ਦੇ ਨਾਲ ਉਹਨੂੰ ਦੇਖਣਾ ਹੈਗਾ, ਠੀਕ ਹੈ। ਜੇ ਫੰਡੋਸਕੋਪੀ ਦੇ ਵਿੱਚ ਪੈਪਲੀਓਡੀਮਾ ਲੱਭਦਾ ਹੈਗਾ, ਜੇ ਤਾਂ ਲੱਭ ਗਿਆ ਪੈਪਲੀਓਡੀਮਾ ਆ ਗਿਆ, ਫਿਰ ਤਾਂ ਅਸੀਂ ਸੋਚ ਸਕਦੇ ਹਾਂ ਕਿ ਇਸ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਹੋਏਗਾ, ਹਾਈਪਰਟੈਂਸ਼ਨ ਕਰਕੇ ਹੋਇਆ ਹੋਗਾ, ਜਾਂ ਕਾਰਬਨ ਡਾਈਆਕਸਾਈਡ ਨਾਰਕੋਸਿਸ ਹੋਏਗੀ, ਜਾਂ ਕੋਈ ਸਪੇਸ ਆਕੂਪਾਈਂਗ ਲੀਜ਼ਨ ਆ ਜਿਹਨੂੰ SOL ਕਹਿੰਦੇ ਆ, ਕੋਈ ਰਸੌਲੀ ਵਗੈਰਾ ਆ ਗਈ ਹੈ, ਠੀਕ ਹੈ। ਜੇ ਇਹ ਵੀ ਨਹੀਂ ਹੈ, ਪੈਪਲੀਓਡੀਮਾ ਨਹੀਂ ਆਇਆ ਹੈਗਾ, ਠੀਕ ਹੈ, ਤਾਂ ਦੇਖਣਾ ਕਿ ਪੇਸ਼ੈਂਟ ਨੂੰ ਕੋਈ ਪੈਰਿਸਿਸ ਤਾਂ ਨਹੀਂ ਆ ਗਿਆ, ਕੋਈ ਹੈਮੀਪਲੀਜੀਆ ਤਾਂ ਨਹੀਂ, ਕੋਈ ਰੰਗ ਦਾ ਅਟੈਕ ਤਾਂ ਨਹੀਂ ਆ ਗਿਆ, ਜਾਂ ਠੀਕ ਹੈ CVA ਕਹਿੰਦੇ ਅਸੀਂ, ਸੈਰੀਬਰੋਵੈਸਕੂਲਰ ਐਕਸੀਡੈਂਟ, ਠੀਕ ਹੈ। ਇਹਦੇ ਵਿੱਚ ਜਿਹੜਾ ਹੈਗਾ ਮਤਲਬ ਕਿ ਨਾੜ ਬਲੌਕ ਵੀ ਹੋ ਸਕਦੀ ਆ, ਰਪਚਰ ਵੀ ਹੋ ਸਕਦੀ ਆ, ਐਕਸੀਡੈਂਟ ਹੈ ਨਾ, ਠੀਕ ਹੈ। ਜਾਂ ਤਾਂ ਉਹਦੀ ਨਾੜ ਕੋਈ ਕਿਸੇ ਪਾਸੇ ਦੀ ਬਲੌਕ ਹੋਈ ਹੈ, ਜਾਂ ਉਹ ਫਟ ਗਈ ਹੈਗੀ ਆ ਕੋਈ ਜ਼ਿਆਦਾ ਬਲੱਡ ਪ੍ਰੈਸ਼ਰ ਕਰਕੇ, CVA ਆ ਚੁੱਕਿਆ ਹੈਗਾ। ਜੇ ਇਹ ਨਹੀਂ ਹੈਗਾ ਤੁਹਾਨੂੰ ਲੱਭਦਾ, ਤਾਂ ਮਰੀਜ਼ ਦੇ ਚਿਹਰੇ ਦੇ ਉੱਤੇ, ਠੀਕ ਹੈ, ਇੱਦਾਂ ਕਰਕੇ ਜਾਂ ਇੱਥੋਂ ਜ਼ੋਰ ਨਾਲ ਦੱਬ ਕੇ ਦੇਖੋ। ਜੇ ਪੇਸ਼ੈਂਟ ਕੋਸ਼ਿਸ਼ ਕਰਦਾ ਕਿ ਤੁਹਾਨੂੰ ਰੋਕਣ ਦੀ, ਕਿ ਇੱਥੇ ਉਹਦੇ ਪੇਨ ਹੁੰਦੀ ਆ, ਤਾਂ ਉਹ ਹਿਸਟੀਰੀਕਲ ਪੇਸ਼ੈਂਟ ਹੈ ਜਿਹੜਾ ਹੋ ਸਕਦਾ ਹੈਗਾ। ਇਹ ਵੀ ਇੱਕ ਡਿਫਰੈਂਸ਼ੀਅਲ ਡਾਇਗਨੋਸਿਸ ਹੁੰਦਾ ਹੈਗਾ। ਜੇਕਰ ਇਹ ਵੀ ਨਹੀਂ ਹੈਗਾ ਤਾਂ ਪੇਸ਼ੈਂਟ ਨੂੰ ਫਰਦਰ ਐਵੈਲੂਏਟ ਕਰਨਾ ਹੈਗਾ, ਉਹਦਾ CT ਸਕੈਨ ਬ੍ਰੇਨ ਆ ਜਿਹੜਾ ਆਰਡਰ ਕਰਨਾ, ਠੀਕ ਹੈ, ਔਰ ਲੈਬ ਟੈਸਟ ਆ ਜਿਹੜੇ ਉਹਨਾਂ ਨੂੰ ਅਸੀਂ ਉਹਦੇ ਅਕੋਰਡਿੰਗਲੀ ਪੇਸ਼ੈਂਟ ਨੂੰ ਐਵੈਲੂਏਟ ਕਰਨਾ ਹੈ। ਆਪਾਂ ਅਨਕੌਂਸ਼ੀਅਸ ਪੇਸ਼ੈਂਟ ਦੀ ਗੱਲ ਕਰ ਰਹੇ ਹਾਂ, ਉਹਦਾ ਟੈਂਪਰੇਚਰ ਰਿਕਾਰਡ ਕਰਨਾ ਹੈ, ਅਤੇ ਸਿਸਟੈਮਿਕ ਡਿਜ਼ੀਜ਼ਸ ਲਈ ਉਸਨੂੰ ਐਗਜ਼ਾਮੀਨੇਸ਼ਨ ਕਰਨਾ ਹੈ ਕਿ ਕਿਤੇ ਹਾਈਪੋਥਾਇਰੋਇਡਿਜ਼ਮ ਤਾਂ ਨਹੀਂ ਹੈਗੀ, ਠੀਕ ਹੈ। ਕਾਮਨ ਕਾਜ਼ਜ਼ ਆਫ ਜਿਹੜੇ ਅਨਕੌਂਸ਼ੀਅਸ ਹੋਣ ਦੇ ਹੈਗੇ ਆ, ਪੁਆਇਜ਼ਨਿੰਗ ਦੇ ਵਿੱਚ ਬਾਰਬਿਚੂਰੇਟਸ ਪੁਆਇਜ਼ਨਿੰਗ, ਓਪੀਅਮ ਪੁਆਇਜ਼ਨਿੰਗ, ਅਲਕੋਹਲ, ਡਾਇਬੀਟਿਸ ਮਲਾਈਟਸ, ਹਾਈਪੋਗਲਾਈਸੀਮੀਆ, ਸ਼ੂਗਰ ਘਟ ਜਾਣੀ, ਸੈਪਸਿਸ, ਕੋਈ ਇਨਫੈਕਸ਼ਨ ਹੋਣੀ, ਕੋਈ ਸੈਪਟੀਸੀਮੀਆ ਹੋਣਾ, ਹੈ ਨਾ, ਜਾਂ ਹੈਪੈਟਿਕ ਫੇਲੂਅਰ, ਹੈ ਨਾ, ਹੈਪੈਟਿਕ ਐਨਕੈਫਲੋਪੈਥੀ, ਰੀਨਲ ਫੇਲੂਅਰ, ਠੀਕ ਹੈ, ਜਾਂ ਸੈਰੀਬਰਲ ਮਲੇਰੀਆ, ਜਾਂ ਸਨਸਟ੍ਰੋਕ, ਜਾਂ ਹੀਟ ਸਟ੍ਰੋਕ, ਐਨਕੈਫਲਾਈਟਸ, ਮੈਨਜਾਈਟਸ, ਹੈ ਨਾ, ਜਾਂ ਪੋਸਟ ਏਕਟਲ ਸਟੇਟਸ।
ਪੋਸਟ-ਇਕਟਲ ਸਟੇਟ ਕੀ ਹੁੰਦਾ ਕਿ ਮਰੀਜ਼ ਨੂੰ ਮਿਰਗੀ ਦਾ ਦੌਰਾ ਪਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਇੱਕ ਤਰ੍ਹਾਂ ਨਾਲ ਸੌਂ ਗਿਆ, ਸਲੀਪ ਦੇ ਵਿੱਚ ਚਲਾ ਗਿਆ, ਉਹਨੂੰ ਅਸੀਂ ਕਹਿੰਦੇ ਹਾਂ ਪੋਸਟ-ਇਕਟਲ ਸਟੇਟ ਜਾਂ ਪੋਸਟ-ਇਕਟਲ ਫਿਨੋਮੀਨਾ। ਠੀਕ ਹੈ, ਇਹ ਕਾਮਨ ਕਾਜ਼ਸ ਨੇ, ਜਾਂ ਕਈ ਇਲੈਕਟ੍ਰੋਲਾਈਟ ਇੰਬੈਲੈਂਸ ਹੋ ਜਾਵੇ, ਜਾਂ ਆਕਸੀਜਨ ਦੀ ਘਾਟ ਹੋ ਜਾਵੇ, ਹਾਈਪੋਕਸੀਆ ਹੈ ਨਾ, ਜਾਂ ਹਾਈਪਰਕੈਪਨੀਆ, ਜਾਂ ਸੀਵੀਏ ਦੇ ਵਿੱਚ ਸੈਰੀਬਰੋਵੈਸਕੂਲਰ ਐਕਸੀਡੈਂਟ ਹੈ, ਜਿਸ ਤਰ੍ਹਾਂ ਕੋਈ ਬ੍ਰੇਨ ਦੀ ਨਾੜ ਦੀ ਬਲੋਕੇਜ ਆ ਗਈ, ਜਾਂ ਕੋਈ ਨਾੜ ਫਟ ਗਈ ਆ ਹੈ ਨਾ, ਹੈਮਰੇਜ ਹੋ ਗਈ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਬਲੱਡ ਪ੍ਰੈਸ਼ਰ ਕਰਕੇ ਬ੍ਰੇਨ 'ਤੇ ਸੋਜ ਆ ਗਈ, ਹਾਈਪਰਟੈਂਸਿਵ ਇਨਕੈਫਲੋਪੈਥੀ ਹੈ, ਜਾਂ ਫਿਰ ਹੋਰ ਕਾਰਨ ਨੇ ਜਿਹੜੇ ਇਨਕੈਫਲੋਪੈਥੀ ਜਿਹੜੀਆਂ ਦੂਜੀਆਂ ਹੁੰਦੀਆਂ ਨੇ ਉਹ ਹੋ ਸਕਦੀਆਂ ਨੇ। ਠੀਕ ਹੈ, ਜਾਂ ਐਸਓਐਲ ਹੁੰਦਾ ਸਪੇਸ ਆਕੂਪਾਈਂਗ ਲੀਜ਼ਨ, ਐਸੀ ਲੀਜ਼ਨ ਜਿਹੜੀ ਕਿ ਥਾਂ ਘੇਰਦੀ ਹੋਵੇ, ਜਿਵੇਂ ਕੋਈ ਰਸੌਲੀ ਹੋ ਗਈ, ਕੋਈ ਜਿਵੇਂ ਕੋਈ ਅਬਸੈਸ ਹੋ ਗਈ ਹੈ ਨਾ, ਜਾਂ ਬ੍ਰੇਨ ਸਟੈਮ ਲੀਜ਼ਨ ਹੋ ਸਕਦਾ ਹੈਗਾ। ਠੀਕ ਹੈ, ਜਾਂ ਸੈਰੀਬੈਲਰ ਹੈਮਰੇਜਿਕ ਹੋ ਸਕਦੀ ਹੈਗੀ, ਹੈਮਰੇਜ ਹੋ ਸਕਦੀ ਹੈ, ਸੈਰੀਬੈਲਰ ਹੈਮਰੇਜ। ਠੀਕ ਹੈ, ਇਹ ਜਿਹੜੇ ਕਾਰਨ ਨੇ, ਜਾਂ ਫਿਰ ਹਿਸਟੀਰੀਆ ਜਾਂ ਮਲਿੰਗਰਿੰਗ ਜਿਹੜੇ ਕਾਰਨ ਹੋ ਸਕਦੇ, ਕਾਮਨ ਕਾਰਨ ਜਿਹੜੇ ਹੈਗੇ ਆ ਇਹ ਅਨਕੌਂਸ਼ੀਅਸ ਹੋਣ ਦੇ ਹੈਗੇ। ਆਮ ਤੌਰ 'ਤੇ ਦੇਖਿਆ ਗਿਆ ਕਿ 3 ਤੋਂ 5% ਪੇਸ਼ੈਂਟ ਆ ਜਿਹੜੇ ਐਮਰਜੈਂਸੀ ਦੇ ਵਿੱਚ ਉਹ ਕੋਮਾ ਦੇ ਵਿੱਚ ਆਉਂਦੇ ਆ। ਠੀਕ ਹੈ, ਜੇਕਰ ਉਹਨਾਂ ਨੂੰ ਪ੍ਰੋਪਰਲੀ ਮੈਨੇਜ ਕੀਤਾ ਜਾਵੇ ਤਾਂ ਕਾਫੀ ਅੱਛੇ ਜਿਹੜੇ ਰਿਜ਼ਲਟ ਆ ਉਹ ਮਿਲਦੇ ਆ। ਠੀਕ ਹੈ, ਜਿਸ ਤਰ੍ਹਾਂ ਦੇ ਨਾਲ ਅਸੀਂ ਸਕੀਮੈਟਿਕ ਰੱਖਿਆ ਹੈ ਉਸੇ ਤਰੀਕੇ ਦੇ ਨਾਲ ਜਿਹੜਾ ਪੇਸ਼ੈਂਟ ਨੂੰ ਟੈਕਲ ਕਰਨਾ ਹੈ। ਠੀਕ ਹੈ, ਅਤੇ ਕੋਮੇ ਦੇ ਅੱਗੇ ਗ੍ਰੇਡ ਹੁੰਦੇ ਆ 1 2 3 4। ਗ੍ਰੇਡ 4 ਦੇ ਵਿੱਚ ਜਿੱਦਾਂ ਕਿ ਸਾਰੇ ਜਿਹੜੇ ਰਿਫਲੈਕਸਸ ਹੈਗੀਆਂ ਨੇ ਉਹ ਰਿਐਕਸ਼ਨ ਆ ਜਿਹੜੇ ਨਹੀਂ ਹੋਣਗੇ ਹੈ ਨਾ, ਜਾਂ ਆਈ ਮੂਵਮੈਂਟਸ ਜਾਂ ਪਿਊਪਲ ਸਾਈਜ਼ ਦਾ ਵੀ ਜਿਹੜਾ ਫਰਕ ਹੋਏਗਾ। ਠੀਕ ਨਾ, ਮੋਟਰ ਰਿਸਪੋਂਸਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਫਰਕ ਦੇਖਿਆ ਜਾਂਦਾ ਹੈਗਾ। ਅਤੇ ਪੇਸ਼ੈਂਟ ਦੀ CT ਸਕੈਨ ਜਦੋਂ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਦਾ ਲੰਬਰ ਪੰਕਚਰ, ਜਿਹਨੂੰ ਕਹਿੰਦਾ ਰੀੜ੍ਹ ਦੀ ਹੱਡੀ 'ਚੋਂ ਪਾਣੀ ਟੈਸਟ ਕਰਨਾ ਲੈ ਕੇ। ਠੀਕ ਹੈ, ਉਹ ਕਰਨਾ ਹੁੰਦਾ। ਜਿੱਥੇ ਪੇਸ਼ੈਂਟ ਕੋਈ ਅਨਕੌਂਸ਼ੀਅਸ ਹੈਗਾ ਉਹਦਾ ਗੈਸਟ੍ਰਿਕ ਲਿਵਾਜ ਕਰਨਾ। ਗੈਸਟ੍ਰਿਕ ਲਿਵਾਜ ਕਿਸੇ ਪੁਆਇਜ਼ਨਿੰਗ ਦੇਖਣ ਦੇ ਲਈ, ਜਾਂ ਫਿਰ ਫਾਰ ਕਲੈਮੀਡੀਆ ਐਨਾਲਿਸਿਸ ਵਗੈਰਾ, ਗੈਸਟ੍ਰਿਕ ਲਿਵਾਜ ਫਾਰ ਕੈਮੀਕਲ ਐਨਾਲਿਸਿਸ ਦੇ ਲਈ ਜਿਹੜਾ ਕਰਨਾ ਹੈਗਾ। ਕੇਅਰ ਆਫ 4 B's, ਬੈਕ, ਬਲੈਡਰ, ਬੋਬਲ ਐਂਡ ਬਕਲ ਕੈਵਿਟੀ, ਪਲੱਸ ਈਅਰ, ਨੋਜ਼ ਐਂਡ ਆਈਸ। ਇਹਨਾਂ ਚੀਜ਼ਾਂ ਦਾ ਨਾਲੋਂ ਨਾਲ ਅਸੀਂ ਧਿਆਨ ਰੱਖਣਾ ਹੈਗਾ। ਠੀਕ ਹੈ ਨਾ, 4 B's, ਬੈਕ, ਬਲੈਡਰ ਹੈ ਨਾ, ਬਕਲ ਕੈਵਿਟੀ ਐਂਡ ਬੋਬਲਸ। ਠੀਕ ਹੈ, ਈਅਰ, ਨੋਜ਼, ਆਈਸ। ਠੀਕ ਹੈ, ਅਤੇ ਪੇਸ਼ੈਂਟ ਜੇ ਕੋਈ ਹਾਰਟ ਬਲੋਕ ਦਾ ਵਗੈਰਾ ਹੈਗਾ ਤਾਂ ਹਾਰਟ ਬਲੋਕ ਨੂੰ ਟਰੀਟ ਕਰਨਾ, ਅਤੇ ਦੇਖਣਾ ਹੈਗਾ ਕਿ ਪੇਸ਼ੈਂਟ ਦੇ ਪੇਟ ਦੇ ਵਿੱਚ ਪਾਣੀ ਤਾਂ ਨਹੀਂ ਭਰਿਆ, ਜਿਹਨੂੰ ਅਸੀਂ ਕਹਿੰਦੇ ਹਾਂ ਐਸਕਾਈਟਸ ਵਗੈਰਾ, ਅਤੇ ਲਿਵਰ ਡਿਜ਼ੀਜ਼ ਜਾਂ ਕੈਂਸਰ ਵਗੈਰਾ ਕੁਛ ਹੋ ਸਕਦਾ ਹੈਗਾ ਹੈ ਨਾ, ਜਾਂ ਐਡੀਸੋਨੀਅਲ ਕ੍ਰਾਈਸਿਸ ਹੋ ਸਕਦੇ ਨੇ। ਠੀਕ ਹੈ, ਇਸ ਤਰ੍ਹਾਂ ਜਿਹੜੇ ਹੈਗੇ ਆ ਪੇਸ਼ੈਂਟ ਦੇ ਵਿੱਚ ਜੇਕਰ ਕਾਰਬਨ ਮੋਨੋਆਕਸਾਈਡ ਪੁਆਇਜ਼ਨਿੰਗ ਹੋ ਸਕਦੀ ਹੈ। ਰਾਤ ਨੂੰ ਲੋਕ ਸਰਦੀਆਂ ਦੇ ਵਿੱਚ ਅੰਗੀਠੀ ਲਾ ਕੇ ਸੌਂ ਜਾਂਦੇ ਆ ਅਤੇ ਸਵੇਰੇ ਮਰੇ ਪਏ ਜਾਂ ਬੇਹੋਸ਼ ਪਾਏ ਜਾਂਦੇ ਆ। ਇਸੇ ਤਰ੍ਹਾਂ ਹੀ ਸ਼ੁਰੂ 'ਚ ਜਦੋਂ ਲੋਕਾਂ ਨੇ ਗੈਸ ਗੀਜ਼ਰ ਲਾਉਣੇ ਸ਼ੁਰੂ ਕੀਤੇ, ਗੈਸ ਗੀਜ਼ਰ ਬਾਥਰੂਮ ਦੇ ਅੰਦਰ ਲਾਇਆ, ਬਾਥਰੂਮ ਦਾ ਸਾਈਜ਼ ਛੋਟਾ ਹੈ, ਉਹ ਸਾਰੀ ਆਕਸੀਜਨ ਕੰਜ਼ੰਪਸ਼ਨ ਕਰ ਗਿਆ, ਮਰੀਜ਼ ਚੱਕਰ ਆ ਕੇ ਡਿੱਗ ਗਏ, ਬੇਹੋਸ਼ ਹੋ ਗਏ। ਠੀਕ ਹੈ, ਇਹਨਾਂ ਚੀਜ਼ਾਂ ਦਾ ਵੀ ਧਿਆਨ ਦੇਵੇ। ਤਾਂ ਇਹ ਗੱਲ ਦੀ ਇੰਪੋਰਟੈਂਸ ਉਦੋਂ ਬਣਦੀ ਹੈ ਵੀ ਮਰੀਜ਼ ਨੂੰ ਕਿੱਥੋਂ ਅਤੇ ਕਿਸ ਹਾਲਤ ਦੇ ਵਿੱਚ ਰਿਕਵਰ ਕੀਤਾ ਗਿਆ, ਲਿਆਂਦਾ ਗਿਆ ਹੈਗਾ। ਠੀਕ ਹੈ, ਤਾਂ ਕਿ ਅਸੀਂ ਅੰਦਾਜ਼ਾ ਲਗਾ ਸਕੀਏ ਕਿ ਕੀ ਹੋਇਆ ਹੋਏਗਾ। ਠੀਕ ਹੈ, ਔਰ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ, ਜੇਕਰ ਉਹਦਾ ਗਲਾਸਗੋ ਕੋਮਾ ਸਕੇਲ ਮਰੀਜ਼ ਦਾ ਹੁੰਦਾ ਇੱਕ, ਜੇਕਰ ਉਹ 8 ਤੋਂ ਘੱਟ ਆ ਤਾਂ ਉਹਨਾਂ ਸਾਰਿਆਂ ਨੂੰ ਇੰਟੂਬੇਸ਼ਨ ਦੀ ਲੋੜ ਪੈਂਦੀ ਹੈਗੀ ਹੈ। ਠੀਕ ਹੈ, ਅਤੇ ਉਹਦਾ ਰੈਸਪੀਰੇਟਰੀ ਰੇਟ ਦੇਖਣਾ ਹੈਗਾ। ਰੈਸਪੀਰੇਟਰੀ ਰੇਟ ਜੇ ਫਾਸਟ ਹੈਗਾ ਤਾਂ ਕੋਈ ਏਅਰਵੇ ਅਬਸਟਰਕਸ਼ਨ ਹੋ ਸਕਦੀ ਹੈਗੀ ਹੈ ਨਾ। ਠੀਕ ਹੈ, ਜਾਂ ਉਹਦੀਆਂ ਪੁਤਲੀਆਂ ਦਾ ਸਾਈਜ਼ ਦੇਖਣਾ, ਜੇ ਕੰਸਟ੍ਰਿਕਟਡ ਹੈਗੀ ਆ ਤਾਂ ਜਿਹੜੀ ਹੈਗੀ ਆ ਕੋਈ ਓਪੀਅਮ ਪੁਆਇਜ਼ਨਿੰਗ ਹੋ ਸਕਦੀ ਹੈਗੀ ਆ, ਜਾਂ ਕੋਈ ਪੌਂਟਨ ਹੈਮਰੇਜ ਹੋ ਸਕਦੀ ਆ। ਜੇ ਡਾਇਲੈਟਡ ਨੇ ਤਾਂ ਟਰਾਈਸਾਈਕਲਿਕ ਐਂਟੀ ਡਿਪਰੈਸੈਂਟ ਕੰਪਾਊਂਡ ਪੁਆਇਜ਼ਨਿੰਗ ਹੋ ਸਕਦੀ ਹੈਗੀ ਆ, ਜਾਂ ਸੈਲੀਸਿਲਿਕ ਪੁਆਇਜ਼ਨਿੰਗ ਹੋ ਸਕਦੀ ਹੈਗੀ ਆ। ਜੇ ਕੋਈ ਪੇਸ਼ੈਂਟ ਕੋਈ ਐਸਪੀਰੇਟ ਤਾਂ ਨਹੀਂ ਕੀਤਾ ਹੋਇਆ, ਕੋਈ ਉਲਟੀ ਆਈ, ਕੋਈ ਹੋਰ ਆਇਆ, ਉਹ ਆਪਦਾ ਸਾਰਾ ਜਿਹੜਾ ਸਾਹ ਨਾਲੀ ਦੇ ਵਿੱਚ ਲੈ ਗਿਆ। ਠੀਕ ਹੈ ਨਾ, ਇੱਕ ਇੰਪੋਰਟੈਂਟ ਇਨਵੈਸਟੀਗੇਸ਼ਨ ਹੋਰ ਆ ਅਲਟਰਾਸਾਊਂਡ ਅਬਡੋਮਨ, ਉਹ ਵੀ ਨਾਲੋਂ ਨਾਲ ਆ ਜਿਹੜਾ ਹੋ ਜਾਣਾ ਚਾਹੀਦਾ। ਜੇਕਰ ਰੈਸਪੀਰੇਟਰੀ ਰੇਟ ਬੜਾ ਸਲੋ ਚੱਲ ਰਿਹਾ ਤਾਂ ਓਪੀਅਮ ਪੁਆਇਜ਼ਨਿੰਗ ਹੋ ਸਕਦੀ ਹੈਗੀ ਆ, ਜਾਂ TCA ਪੁਆਇਜ਼ਨਿੰਗ ਹੋ ਸਕਦੀ ਹੈ, ਜਾਂ ਬਾਰਬਿਚੂਰੇਟਰ ਪੁਆਇਜ਼ਨਿੰਗ ਆ ਜਿਹੜੀ ਹੋ ਸਕਦੀ ਆ। ਦੋਸਤੋ, ਟੌਪਿਕ ਬਹੁਤ ਲੰਬਾ ਹੈਗਾ। ਮੇਨ ਫੀਚਰ ਜਿਹੜੇ ਮੈਂ ਕਵਰ ਕਰ ਲਏ, ਇਹਨੂੰ ਸਾਰੇ ਨੂੰ ਕਵਰ ਕਰਨਾ ਇਸ ਵੀਡੀਓ ਦੇ ਸਕੋਪ ਤੋਂ ਬਾਹਰ ਹੈ। ਅਤੇ ਮੇਰੀ ਫਿਰ ਬੇਨਤੀ ਹੈ, ਜੇਕਰ ਚੈਨਲ ਨੂੰ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਉਹਨੂੰ ਸਬਸਕ੍ਰਾਈਬ ਕਰ ਲਓ ਪਲੀਜ਼, ਲਾਈਕ ਕਰੋ, ਸ਼ੇਅਰ ਕਰੋ, ਔਰ ਤੁਸੀਂ ਕਿਸ ਟੌਪਿਕ 'ਤੇ ਵੀਡੀਓ ਚਾਹੁੰਦੇ ਆ ਉਹ ਸਾਨੂੰ ਕਮੈਂਟ ਕਰਕੇ ਦੱਸੋ। ਵੀਡੀਓ ਕਿਹੋ ਜਿਹੀ ਲੱਗੀ ਇਹਦੇ ਬਾਰੇ ਸਾਨੂੰ ਕਮੈਂਟ ਦਿਓ। ਇਹਦੇ ਨਾਲ ਹੀ ਮੈਂ ਅੱਜ ਦੀ ਵੀਡੀਓ ਇੱਥੇ ਇਹ ਖਤਮ ਕਰਦਾ ਹਾਂ। ਜੈ ਭਾਰਤ, ਜੈ ਵਿਗਿਆਨ।